जिस पास बैठिया सोहीऐ सबना दा विसाहो। बाणी गुरु गुरु है बाणी विच बाणी अमृत सारे। गुरबाणी कहै सेवक जन मानै प्रतख गुरु निस्तारे। वाहिगुरु साहिब जीओ। ਸ਼ਲੋਕ ਮਹੱਲਾ ਪਹਿਲਾ। ਪੌਣੈ ਪਾਣੀ ਅਗਨੀ ਜੀਓ ਤਿਨ ਕਿਆ ਖੁਸ਼ੀਆਂ ਕਿਆ ਪੀੜ। ਧਰਤੀ ਪਾਤਾਲੀ ਆਕਾਸੀ ਇੱਕ ਦਰ ਰਹਿਨ ਵਜੀਰ। ਪੌਣੇ ਪਾਣੀ ਅਗਨੀ ਜੀਓ ਤਿਨ ਕਿਆ ਖੁਸ਼ੀਆਂ ਕਿਆ ਪੀੜ। ਧਰਤੀ ਪਾਤਾਲੀ ਆਕਾਸ਼ੀ ਇੱਕ ਦਰ ਰਹਿਨ ਵਜੀਰ। ਇੱਕ ਨਾ ਵੱਡੀ ਆਰਜਾ ਇੱਕ ਮਰ ਹੋਏ ਜਹੀਰ। ਇੱਕ ਦੇ ਖਾਹੇ ਨਿਖੁਟੈ ਨਾਹੀ ਇੱਕ ਸਦਾ ਫਿਰਹਿ ਫਕੀਰ। ਹੁਕਮੀ ਸਾਜੇ ਹੁਕਮੀ ਢਾਹੇ ਏਕ ਚਸੇ ਮਹਿ ਲੱਖ। ਸਭ ਕੋ ਨੱਥੈ ਨੱਥਿਆ ਬਖਸ਼ੇ ਤੋੜੇ ਨੱਥ। ਵਰਨਾ ਚਿਹਨਾ ਬਾਹਰਾ ਲੇਖੇ ਬਾਝ ਅਲਖ। ਕਿਉ ਕਥੀਐ ਕਿਉ ਆਖੀਐ ਜਾਪੈ ਸੱਚੋ ਸੱਚ। ਕਰਨਾ ਕਥਨਾ ਕਾਰ ਸਭ ਨਾਨਕ ਆਪ ਅਕਥ। ਅਕਥ ਕੀ ਕਥਾ ਸੁਣੇ ਰਿੱਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ। ਮਹੱਲਾ ਪਹਿਲਾ। ਅਜਰ ਜਰੈ ਤਾਂ ਨੌ ਕੁਲ ਬੰਧ ਪੂਜੈ ਪ੍ਰਾਣ ਹੋਵੈ ਥਿਰ ਕੰਧ। ਕਹਾਂ ਤੇ ਆਇਆ ਕਹਾਂ ਇਹੋ ਜਾਣ ਜੀਵਤ ਮਰਤ ਰਹਿ ਪ੍ਰਵਾਨ। ਹੁਕਮੈ ਬੂਝੈ ਤਤ ਪਛਾਣੈ ਇਹੋ ਪ੍ਰਸਾਦ ਗੁਰੂ ਤੇ ਜਾਣੈ। ਹੁੰਦਾ ਫੜੀਅਗ ਨਾਨਕ ਜਾਣ ਨਾ ਹਉ ਨਾ ਮੈਂ ਜੂਨੀ ਪਾਣ। ਪੌੜੀ। ਪੜ੍ਹੀਐ ਨਾਮ ਸਾਲਾਹ ਹੋਰ ਬੁੱਧੀ ਮਿਥਿਆ। ਬਿਨ ਸੱਚੇ ਵਾਪਾਰ ਜਨਮ ਬਿਰਥਿਆ। ਅੰਤ ਨ ਪਾਰਾਵਾਰ ਨ ਕਿਨਹੀ ਪਾਇਆ। ਸਭ ਜਗ ਗਰਭ ਗੁਬਾਰ ਤਿਨ ਸੱਚ ਨ ਭਾਇਆ। ਚੱਲੇ ਨਾਮ ਵਿਸਾਰ ਤਾਵਣ ਤੱਤਿਆ। ਬਲਦੀ ਅੰਦਰ ਤੇਲ ਦੁਬਦਾ ਕੱਤਿਆ। ਆਇਆ ਉੱਠੀ ਖੇਲ ਫਿਰੈ ਉਬਤਿਆ। ਨਾਨਕ ਸੱਚੈ ਮੇਲ ਸੱਚੈ ਰਤਿਆ। ਆਇਆ ਉੱਠੀ ਖੇਲ ਫਿਰੈ ਉਬਤਿਆ। ਨਾਨਕ ਸੱਚੈ ਮੇਲ ਸੱਚੈ ਰਤਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਦਇਆ ਦੇ ਸਾਗਰ ਰਹਿਮਤਾਂ ਦੇ ਦਾਤੇ ਪੀਰਾਨੇ ਪੀਰ
ਹਾਜ਼ਰ ਨਾਜ਼ਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਖਾਲਸਾ ਪੰਥ ਅਤੀ ਸਤਿਕਾਰਯੋਗ ਗੁਰੂ ਸਵਾਰੇ ਖਾਲਸਾ ਜੀ। ਵਡਭਾਗੇ ਹਾਂ ਦੀਨ ਦੁਨੀਆ ਦੇ ਮਾਲਕ ਦਸਮੇਸ਼ ਪਿਤਾ ਬਾਲੀਏ ਦੋ ਜਹਾਨ ਮਰਦ ਗਮੜੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਐਸੇ ਮਹਾਨ ਪਾਵਨ ਸਥਾਨ ਉੱਤੇ ਬੈਠ ਕੇ ਇਲਾਹੀ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਕੀਰਤਨ ਆਪ ਨੇ ਸਰਵਣ ਕੀਤਾ ਹੈ। ਕੁਝ ਸਮੇਂ ਲਈ ਮਨ ਚਿੱਤ ਨੂੰ ਇਕਾਗਰ ਕਰਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਵਿਚਾਰ ਸਰਵਣ ਕਰੀਏ। ਆਪ ਜੀ ਨੇ ਜੋ ਹੁਣੇ ਸ਼ਬਦ ਸੁਣਿਆ ਹੈ, ਦਾਸ ਨੇ ਪੜ੍ਹਿਆ ਹੈ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 1299 ਅੰਗ ਉੱਤੇ ਸੁਭਾਏਮਾਨ ਹੈ। 99 ਮਲਾਰ ਰਾਗ ਦੇ ਅੰਦਰ ਮਲਾਰ ਕੀ ਵਾਰ ਚੱਲ ਰਹੀ ਹੈ, ਜਿਸ ਦੀਆਂ ਕੱਲ੍ਹ ਤੱਕ ਹੀ ਪੌੜੀਆਂ ਹੋ ਗਈਆਂ ਔਰ ਅੱਜ ਅਸੀਂ 24ਵੀਂ ਪੌੜੀ 20 ਤੇ 4 24ਵੀਂ ਪੌੜੀ ਅਤੇ ਉਸ ਦੇ ਨਾਲ ਮਿਲਦੇ ਜਿਹੜੇ 2 ਸ਼ਲੋਕ ਹਨ ਉਸ ਨਾਲ ਸੰਬੰਧਿਤ ਉਹਨਾਂ ਦੀ ਵਿਚਾਰ ਕਰਾਂਗੇ। ਸ਼ਲੋਕ ਮਹੱਲਾ ਪਹਿਲਾ। ਸ਼ਲੋਕ ਪਹਿਲੀ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਹੈ। ਪੌਣੈ ਪਾਣੀ ਅਗਨੀ ਜੀਓ, ਤਿਨ ਕਿਆ ਖੁਸ਼ੀਆਂ ਕਿਆ ਪੀੜ। ਇਸ ਸ਼ਬਦ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੱਸ ਰਹੇ ਹਨ, ਦੇਖੋ ਦੁਨੀਆ ਦੇ ਵਿੱਚ ਸੰਸਾਰ ਵਿੱਚ ਵੇਖਦੇ ਹਾਂ, ਕੋਈ ਖੁਸ਼ ਹੈ, ਕੋਈ ਦੁਖੀ ਹੈ, ਕੋਈ ਗਮੀ ਵਿੱਚ ਹੈ, ਕੋਈ ਪੀੜ ਵਿੱਚ ਹੈ। ਜਿੰਨਾ ਸਮਾਂ ਬੰਦਾ ਆਪਣੀ ਹਉਮੈ ਦੀ ਹੋਂਦ ਦੇ ਸਹਿਤ ਹੈ, ਉਤਨਾ ਸਮਾਂ ਇਹ ਦੁੱਖ ਸੁੱਖ ਵਿੱਚ ਭਟਕਦਾ ਹੀ ਰਹਿੰਦਾ ਹੈ, ਇਹਨੂੰ ਚੋਟਾਂ ਪੈਂਦੀਆਂ ਹੀ ਹਨ। ਪਰ ਜਦ ਗੁਰ ਪ੍ਰਸਾਦ ਗੁਰੂ ਕਿਰਪਾ ਦੇ ਨਾਲ ਸਾਧ ਸੰਗਤ ਜੀ ਇਹ ਤੱਤ ਤੱਕ ਪਹੁੰਚ ਜਾਂਦਾ ਹੈ, ਇਹਨੂੰ ਪਤਾ ਲੱਗ ਜਾਂਦਾ ਹੈ ਕਿ ਜਿਸ ਸਰੀਰ ਨੂੰ ਮੈਂ ਆਪਣਾ ਸਰੂਪ ਸਮਝ ਰਿਹਾ ਹਾਂ, ਇਹ ਸਰੀਰ ਤੇ ਨਾਸ਼ਵੰਤ ਹੈ, 5 ਤੱਤਾਂ ਤੋਂ ਬਣਿਆ ਹੈ। ਤੱਤ ਜੜ ਹਨ। ਜੜ ਹੁੰਦਾ ਹੈ ਅਕਿਰਿਆ, ਜਿਨ੍ਹਾਂ 'ਚ ਕੁਛ ਵੀ ਦੁੱਖ ਸੁੱਖ ਅਨੁਭਵ ਨਾ ਹੋਵੇ। ਮੈਂ ਤੇ ਉਹ ਪਰਮ ਜੋਤ ਦੇ ਵਿੱਚੋਂ ਆਇਆ ਹਾਂ, ਜਿਹਨੂੰ ਕਬੀਰ ਜੀ ਕਹਿੰਦੇ, ਕਬੀਰ ਨਿਰਮਲ ਬੂੰਦ ਆਕਾਸ਼ ਕੀ। ਮੈਂ ਤੇ ਉਸ ਆਕਾਸ਼ ਦੀ, ਜਣੀ ਅਰਸ਼ ਦੀ, ਕੁਰਸ਼ ਦੀ, ਉਹ ਜਿਹੜਾ ਨੂਰ ਹੈ ਲਵਾਲਵ ਪਰਮਾਤਮਾ, ਉਹਦੀ ਇੱਕ ਨਿੱਕੀ ਜੀ ਨੰਨੀ ਜੀ ਬੂੰਦ ਹਾਂ। ਮੈਂ ਤੇ ਇਹਨਾਂ ਤੱਤਾਂ ਤੋਂ ਪਰੇ ਹਾਂ। ਜਦੋਂ ਉਹਦੀ ਇਸ ਨੂੰ ਅਨੁਭੂਤੀ ਹੋ ਜਾਂਦੀ ਹੈ, ਪ੍ਰਾਪਤੀ ਹੋ ਜਾਂਦੀ ਹੈ ਗੁਰ ਕਿਰਪਾ ਨਾਲ, ਤੇ ਫਿਰ ਸਾਧ ਸੰਗਤ ਜੀ ਇਹਨਾਂ ਤੱਤਾਂ ਤੋਂ ਪਰੇ ਉੱਠ ਜਾਂਦਾ, ਖੁਸ਼ੀਆਂ ਗਮੀਆਂ ਪੀੜਾਂ ਤੋਂ ਪਾਰ ਹੋ ਜਾਂਦਾ। ਫਿਰ ਕਿੱਦਾਂ ਦਾ ਜੀਵਨ ਹੁੰਦਾ ਹੈ? ਕਹਿੰਦੇ ਪੌਣੈ ਪਾਣੀ ਅਗਨੀ ਜੀਓ। ਉਹਨੂੰ ਪਤਾ ਲੱਗਦਾ ਹੈ ਕਿ ਇਹ ਪੌਣ ਪਾਣੀ ਅਗਨੀ ਇਹ ਤੱਤ ਨੇ। ਪੌਣ ਹਵਾ ਤੱਤ, ਪਾਣੀ ਤੱਤਵ, ਅਗਨੀ ਤੱਤਵ, ਆਕਾਸ਼ ਤੱਤਵ ਹੋ ਗਿਆ, ਧਰਤੀ ਤੱਤਵ ਹੋ ਗਿਆ, 5 ਤੱਤ। ਇਹ 5 ਤੱਤਾਂ ਦੀ ਇਹ ਕੋਠੜੀ, ਇਹ ਸਰੀਰ ਬਣਾਇਆ ਹੈ। ਇਹਦੇ ਵਿੱਚ ਜੀਓ ਜੀਵ ਆਤਮਾ ਰਹਿੰਦੀ ਹੈ। ਇਹ ਸਰੀਰ ਟਿਕਿਆ ਹੈ। ਇਸ ਸਰੀਰ ਦੇ ਅੰਦਰ ਇੱਕ ਕੋਠੜੀ, ਮੈਂ ਕੋਠੜੀ ਭਰਮ ਕੋਠੀ ਵਿਚਾਰ,
ਇਸ ਸਰੀਰ ਕੋਠੜੀ ਦੇ ਵਿੱਚ ਇੱਕ ਹੋਰ ਕੋਠੜੀ ਹੈ। ਉਹਦੀ ਵਿਚਾਰ ਜਦੋਂ ਜੀਵਨ ਨੂੰ ਹੋ ਜਾਂਦੀ ਹੈ, ਫਿਰ ਪਤਾ ਲੱਗਦਾ ਹੈ ਕਿ 5 ਤੱਤ ਬਾਹਰੀ ਹਨ। ਇਹਨਾਂ 5 ਤੱਤਾਂ ਤੋਂ ਇੱਕ ਐਸੀ ਵਸਤੂ ਹੈ ਜੋ ਅਤੱਤ ਹੈ, 5 ਤੱਤਵ ਤੋਂ ਪਾਰ ਹੈ, ਜੋ ਕੇਵਲ ਨੂਰ ਹੈ। ਫਿਰ ਜਿਹੜੇ ਜੀਵ ਉੱਥੇ ਪਹੁੰਚ ਜਾਂਦੇ, ਮਹਾਰਾਜ ਕਹਿੰਦੇ ਤਿੰਨ ਕਿਆ ਖੁਸ਼ੀ ਆ ਕਿਆ ਪੀੜ। ਐਸੇ ਬ੍ਰਹਮ ਵੇਤੇ ਮਹਾਤਮਾ ਜਨ, ਗੁਰਮੁਖ ਜਨ, ਉਹਨਾਂ ਨੂੰ ਖੁਸ਼ੀਆਂ ਦੇ ਵਿੱਚ ਉਹ ਆਪੇ ਤੋਂ ਬਾਹਰ ਹੀ ਨਹੀਂ ਹੁੰਦੇ, ਪੀੜਾਂ ਦੇ ਵਿੱਚ, ਦੁੱਖਾਂ ਦੇ ਵਿੱਚ ਵੀ ਉਹ ਆਪੇ ਤੋਂ ਬਾਹਰ ਹੀ ਨਹੀਂ ਹੁੰਦੇ, ਆਪਣਾ ਆਪਾ ਨਹੀਂ ਭੁਲਾ ਦਿੰਦੇ, ਸ਼ੁਦਾਈ ਹੋਏ ਟੱਕਰਾਂ ਨਹੀਂ ਮਾਰਦੇ ਕੰਧਾਂ ਦੇ ਵਿੱਚ। ਉਹ ਜਾਣਦੇ ਹਨ ਕਿ ਮੈਂ ਕੁਝ ਹੋਰ ਹਾਂ, ਜੀਵ ਆਤਮਾ ਹਾਂ। ਉਹ ਪੌਣ ਦੀ ਤਰ੍ਹਾਂ ਸਾਧ ਸੰਗਤ ਜੀ ਨਿਰਲੇਪ ਰਹਿੰਦੇ ਹਨ, ਪਾਣੀ ਦੀ ਤਰ੍ਹਾਂ ਨਿਰਮਲ ਸ਼ੁੱਧ ਰਹਿੰਦੇ ਹਨ, ਅਗਨੀ ਦੀ ਵੱਤ, ਅਗਨੀ ਦੀ ਤਰ੍ਹਾਂ ਪ੍ਰਕਾਸ਼ਮਈ ਹੋ ਜਾਂਦੇ ਹਨ, ਪ੍ਰਕਾਸ਼ ਦਾ ਪੁੰਜ ਹੋ ਜਾਂਦੇ ਹਨ। ਜਿਹੜੇ ਐਸੇ ਬ੍ਰਹਮ ਵੇਤੇ ਮਹਾਤਮਾ ਜਨ ਹੁੰਦੇ ਹਨ, ਤਿੰਨ ਕਿਆ ਖੁਸ਼ੀਆਂ ਕਿਆ ਪੀੜ। ਮਹਾਰਾਜ ਜੀ ਕਹਿੰਦੇ ਫਿਰ ਉਹਨਾਂ ਨੂੰ ਲੱਖ ਖੁਸ਼ੀਆਂ ਹੋਣ, ਲੱਖਾਂ ਹੀ ਖੁਸ਼ੀਆਂ ਹੋਣ, ਤਾਂ ਉਹ ਖੁਸ਼ੀਆਂ ਦੇ ਵਿੱਚ ਘਿਰ ਨਹੀਂ ਜਾਂਦੇ। ਅਤੇ ਕਿਆ ਪੀੜ, ਲੱਖਾਂ ਪੀੜਾਂ ਵੀ ਹੋਣ, ਅਤੇ ਉਹਨਾਂ ਪੀੜਾਂ ਨੇ ਵੀ, ਦਰਦਾਂ ਨੇ ਵੀ, ਉਹਨਾਂ ਦੁੱਖਾਂ ਨੇ, ਦਰਦਾਂ ਦੇ ਦਰਿਆਵਾਂ ਨੇ ਵੀ ਉਹਨਾਂ ਦੇ ਰਾਹ ਦੇ ਵਿੱਚ ਕਦੇ ਅਟਕ ਨਹੀਂ ਪਾਈ। ਉਹ ਆਪਣੇ ਮਾਰਗ ਚੱਲੀ ਜਾਂਦੇ, ਅੱਗੇ ਵਧੀ ਜਾਂਦੇ ਹਨ। ਧਰਤੀ ਪਾਤਾਲੀ ਆਕਾਸ਼ੀ, ਇੱਕ ਦਰ ਰਹਿਣ ਵਜ਼ੀਰ। ਧਰਤੀ ਵਿੱਚ ਵੀ ਹੁਣ ਦੇਖੋ ਕਿੱਡੇ ਵੱਡੇ ਗੁਰਮੁਖਾਂ ਦਾ ਜ਼ਿਕਰ ਕੀਤਾ ਮਹਾਰਾਜ ਨੇ ਵੀ। ਐਸੇ ਗੁਰਮੁਖ ਉਹ ਖੁਸ਼ੀਆਂ ਗਮੀਆਂ ਤੋਂ ਉੱਤੇ ਉੱਠ ਜਾਂਦੇ ਆ। ਪਰ ਹੁਣ ਦੁਨੀਆ ਦੀ ਗੱਲ ਕਰ ਰਹੇ ਸੰਸਾਰ ਦੇ ਲੋਕੀ ਕਿੱਥੇ ਕਿੱਥੇ, ਕਿਵੇਂ ਕਿਵੇਂ ਐਡੀ ਵੱਡੀ ਰਚਨਾ ਵਿੱਚ ਕਿਵੇਂ ਲੱਗੇ ਹੋਏ ਹਨ। ਧਰਤੀ ਪਾਤਾਲੀ ਆਕਾਸ਼ੀ, ਧਰਤੀ ਦੇ ਉੱਤੇ ਜੇ ਲੋਕਾਂ ਦੀ ਗਿਣਤੀ ਕਰਨ ਲੱਗ ਜਾਈਏ, ਕਿੰਨੇ ਕੁ ਲੋਕ ਹਨ ਸਾਧ ਸੰਗਤ, ਕਿਤੇ ਗਿਣਤੀ ਹੋ ਸਕਦੀ ਹੈ? ਕਿੰਨੇ ਕੁ ਜਦੋਂ ਨੂੰ ਗਿਣਤੀ ਕਰਾਂਗੇ ਉਦੋਂ ਨੂੰ ਕਿੰਨੇ ਕੁ ਜੰਮ ਜਾਣੇ ਅਤੇ ਕਿੰਨੇ ਚਲੇ ਜਾਣੇ, ਅੰਦਾਜ਼ਾ ਹੀ ਹੈ। ਧਰਤੀ ਪਾਤਾਲੀ, ਪਤਾਲ ਲੋਕ ਵਿੱਚ ਕਿੰਨੇ ਕੁ ਲੋਕ ਵਸਦੇ ਆ ਥੱਲੇ। ਆਕਾਸ਼ੀ, ਆਕਾਸ਼ ਲੋਕ ਵਿੱਚ ਕਿੰਨੇ ਕੁ ਜੀਵ ਹੈ, ਕੋਈ ਸਮਝ ਹੈ ਹਜੇ ਆਕਾਸ਼ ਦੀ, ਕੋਈ ਸਾਨੂੰ ਸੋਝੀ ਆਈ ਹੈ? ਬਹੁਤ ਕੁਝ ਆਕਾਸ਼ ਨੂੰ ਚੀਰਨ ਦੇ ਲਈ, ਆਕਾਸ਼ ਦੇ ਉੱਤੇ ਛੱਡਿਆ ਗਿਆ ਸਮਾਨ ਨੂੰ ਵੇਖਣ ਦੇ ਲਈ ਵੀ ਦੇਖੀਏ ਤੇ ਕੀ ਹੈ, ਪਰ ਅੰਤ ਨਹੀਂ ਆਇਆ ਹਜੇ ਤੱਕ। ਧਰਤੀ ਦੇ ਉੱਤੇ ਰਹਿਣ ਵਾਲੇ ਮਨੁੱਖ, ਪਤਾਲ ਵਿੱਚ ਰਹਿਣ ਵਾਲੇ ਦੈਂਤ, ਆਕਾਸ਼ ਜਾਣੀ ਸਵਰਗ ਤੇ ਆਦਿਕ ਦੇ ਵਿੱਚ ਰਹਿਣ ਵਾਲੇ ਦੇਵਤੇ ਲੱਖਾਂ ਹੀ ਨੇ। ਕਈ ਬੰਦੇ ਇਹਨਾਂ 'ਚ ਫਸੇ ਰਹਿੰਦੇ ਆ। ਧਰਤੀ ਜਿਵੇਂ ਮੱਧ ਅਵਸਥਾ ਹੁੰਦੀ ਹੈ, ਪਤਾਲ ਥੱਲੇ ਡਿੱਗੀ ਹੋਈ ਨੀਚ ਅਵਸਥਾ ਹੈ, ਆਕਾਸ਼ੀ ਕਈ ਬੰਦਿਆਂ ਕੋਲ ਆਕਾਸ਼ ਜਿਹੜੀ ਉੱਚੀ ਅਵਸਥਾ ਹੈ, ਜਾਂ ਇਉਂ ਕਹਿ ਲਓ ਕਈ ਬੰਦੇ ਧਨ ਦੇ ਤੌਰ 'ਤੇ ਵਿਚਕਾਰਲੀ ਜਿਹੀ ਅਵਸਥਾ 'ਚ ਰਹਿੰਦੇ, ਥੋੜ੍ਹਾ ਬਹੁਤਾ ਗੁਜ਼ਾਰਾ ਚੱਲੀ ਜਾਂਦਾ। ਕਈ ਪਤਾਲ ਵਿਚਾਰੇ ਮੰਗਦੇ ਹੀ ਰਹਿੰਦੇ ਆ, ਕਈ ਆਕਾਸ਼ ਅਸਮਾਨਾਂ ਦੇ ਵਿੱਚ ਰਾਜੇ ਮਹਾਰਾਜੇ ਹੋਏ ਬੈਠੇ ਆ। ਇਹ ਦੁਨੀਆ ਇੱਦਾਂ ਚੱਲ ਰਹੀ ਹੈ। ਇੱਕ ਦਰ ਰਹਿਣ ਵਜ਼ੀਰ, ਪਰ ਇਹਨਾਂ ਤਿੰਨਾਂ ਲੋਕ ਤਿਹੱਟੜੇ ਬਾਜ਼ਾਰ ਸੌਦਾ ਕਰਨ ਵਣਜਾਰਿਆ। ਇਹਨਾਂ ਤਿੰਨ ਹੱਟਾਂ ਦਾ ਬਾਜ਼ਾਰ ਹੈ, ਧਰਤੀ ਦਾ, ਪਤਾਲ ਦਾ, ਆਕਾਸ਼ ਦਾ। ਇਹਦੇ ਵਿੱਚ ਜੀਵ ਵਪਾਰੀ ਸੌਦਾ ਕਰ ਰਹੇ ਹਨ। ਪਰ ਇੱਕ ਦਰ ਰਹਿਣ ਵਜ਼ੀਰ, ਕਈ ਇੱਕ ਗੁਰਮੁਖ ਵਿਰਲੇ, ਉਹ ਇਹਨਾਂ ਤਿੰਨਾਂ ਦਰਾਂ ਨੂੰ ਛੱਡ ਕੇ ਰੱਬੀ ਦਰ ਸਾਧ ਸੰਗਤ ਵਿੱਚ ਰਹਿੰਦੇ ਹਮੇਸ਼ਾ, ਅਤੇ ਪ੍ਰਮਾਤਮਾ ਦੇ ਵਜ਼ੀਰ, ਉਹਦੇ ਤਾਬੇਦਾਰ ਬਣ ਕੇ ਰਹਿੰਦੇ ਹਨ। ਉਹਦੇ ਦਰ ਦੇ ਸੇਵਕ, ਉਹਦੇ ਦਰ ਦੇ ਚੌਂਕੀਦਾਰ, ਉਹਦੇ ਦਰ ਦੇ ਸੇਵਕ ਬਣ ਕੇ ਰਹਿੰਦੇ ਹਨ। ਇਹ ਵੀ ਖੇਡ ਹੈ। ਇਹਨਾਂ ਤਿੰਨਾਂ ਤਰ੍ਹਾਂ ਦੇ ਲੋਕਾਂ 'ਚੋਂ ਚੌਥੇ ਤਰ੍ਹਾਂ ਦੇ ਲੋਕ ਹਨ। ਇੱਕ ਨਾ ਵੱਡੀ ਆਰਜਾ, ਇੱਕ ਮਰ ਹੋਏ ਜਹੀਰ। ਕਈਆਂ ਨੂੰ ਲੰਮੀ ਉਮਰ ਕਰਨ ਦਾ ਬੜਾ ਚਾਅ ਚੜ੍ਹਿਆ ਰਹਿੰਦਾ ਹੈ, ਕਈਆਂ ਦੀ ਉਮਰ ਲੰਮੀ ਹੋ ਵੀ ਜਾਂਦੀ ਹੈ।
ਬੜੀਆਂ ਲੰਮੀਆਂ ਉਮਰਾਂ ਵਾਲੇ ਵੀ ਲੋਕ ਹਨ। ਕਈ ਕਹਿ ਲਓ ਕਿ ਹਜ਼ਾਰਾਂ ਸਾਲਾਂ ਦੀਆਂ ਉਮਰਾਂ ਦਾ ਜ਼ਿਕਰ ਗ੍ਰੰਥਾਂ 'ਚ ਮਿਲਦਾ ਹੈ। ਇੱਕ ਗੱਲ ਨੂੰ ਸਮਝ ਲੈਣਾ, ਇਹ ਪ੍ਰਮਾਣ ਹੁੰਦੇ ਆ, ਇੱਕ ਲੌਕਿਕ ਪ੍ਰਮਾਣ ਹੁੰਦੇ ਆ, ਇੱਕ ਪ੍ਰਤੱਖ ਪ੍ਰਮਾਣ ਹੁੰਦੇ ਆ, ਇੱਕ ਸਾਧ ਸੰਗਤ ਜੀ ਜੋ ਲਿਖੇ ਹੋਏ ਹੁੰਦੇ ਆ ਗ੍ਰੰਥਾਂ ਦੇ ਪ੍ਰਮਾਣ, ਸ਼ਾਸਤਰ ਪ੍ਰਮਾਣ ਜਿਹਨੂੰ ਕਹਿ ਦਿੰਦੇ ਆ। ਸ਼ਾਸਤਰਾਂ ਵਿੱਚ ਵਿਦਵਾਨਾਂ ਦੇ ਲਿਖੇ ਹੋਏ ਬਹੁਤ ਤਜਰਬੇ ਔਰ ਉਮਰਾਂ ਦਾ ਜ਼ਿਕਰ ਆਉਂਦਾ ਹੈ ਕਿ ਐਸੇ ਵੀ ਇਨਸਾਨ ਇਸ ਧਰਤੀ 'ਤੇ ਹੋ ਗੁਜ਼ਰੇ ਜਿਨ੍ਹਾਂ ਦੀਆਂ ਉਮਰਾਂ ਬੜੀਆਂ ਲੰਮੀਆਂ ਸਨ। ਅਗਰ ਯੋਗੀਆਂ ਦਾ ਪੜ੍ਹਿਆ ਜਾਏ, ਯੋਗੀ ਤੇ ਜੋ ਕੁਝ ਉਮਰ ਬਾਰੇ ਲਿਖਦੇ ਹੈ, ਸਾਡੇ ਵਰਗਾ ਆਮ ਸਧਾਰਨ ਇਨਸਾਨ ਤੇ ਉਹਨੂੰ ਝੂਠੇ ਕਹਿ ਦੇਗਾ ਵੀ ਇੱਦਾਂ ਕਿੱਦਾਂ ਹੋ ਸਕਦਾ, ਕਿਉਂਕਿ ਉਹ ਤੇ ਕਹਿੰਦੇ ਆ ਵੀ ਹਜ਼ਾਰਾਂ ਸਾਲ ਦੀ ਉਮਰ ਹੋ ਸਕਦੀ ਹੈ ਇੱਕ ਯੋਗੀ ਦੀ। ਇਸ ਸਰੀਰ ਦੇ ਵਿੱਚ, ਇੱਕ ਸਰੀਰ ਦੇ ਵਿੱਚ ਇਹ ਹਜ਼ਾਰਾਂ ਸਾਲ ਰਹਿ ਸਕਦੇ ਆ। ਪਰ ਅਗਰ ਗੁਰੂ ਸਾਹਿਬ ਦੀ ਗੱਲ ਕਰੀਏ, ਗੁਰੂ ਸਾਹਿਬ ਨੇ ਵੱਡੀ ਆਰਜਾ ਨੂੰ ਕੋਈ ਬਹੁਤ ਜ਼ਿਆਦਾ ਮਹਾਨਤਾ ਨਹੀਂ ਦਿੱਤੀ। ਵੱਡੀ ਆਰਜਾ ਫਿਰ ਜਨਮੈ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੈ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ। ਮਹਾਰਾਜ ਨੇ ਫਿਰ ਵੱਡੀਆਂ ਵੱਡੀਆਂ ਉਮਰਾਂ ਵਾਲਿਆਂ ਦੀ ਉਦਾਹਰਨ ਦਿੱਤੀ ਵੀ ਹੈ। ਮਾਰਕੰਡੇ ਵਰਗੇ ਦੀ ਮਾਰਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿਣ ਤਰ ਮੂੰਡ ਬੁਲਾਏ, ਹਮਰਾ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ, ਬਿਨ ਸਜਾਏ ਝੂਠੀ ਦੇਹੀ। ਅੰਤ ਨੂੰ ਤੇ ਇਸ ਦੇਹੀ ਨੇ ਸਾਥ ਛੱਡਣਾ ਹੀ ਛੱਡਣਾ ਹੈ। ਪਰ ਕਈਆਂ ਦੀ ਸਾਧ ਸੰਗਤ ਜੀ ਬੜੀ ਲੰਮੀ ਉਮਰ ਹੋ ਜਾਂਦੀ ਹੈ। ਇੱਕ ਨਾ ਵੱਡੀ ਆਰਜਾ ਬਹੁਤ ਵੱਡੀ ਉਮਰ ਲੈ ਭੋਗ ਜਾਂਦੇ ਹਨ। ਇੱਕ ਮਰ ਹੋਏ ਜਹੀਰ, ਇੱਕ ਛੋਟੀ ਉਮਰੇ ਹੀ ਇੱਥੋਂ ਚਲੇ ਜਾਂਦੇ ਆ, ਮਰ ਜਾਂਦੇ ਆ। ਮਰ ਕਹਿੰਦੇ ਜਹੀਰ ਦੁਖੀ ਹੁੰਦੇ ਆ, ਅੱਗੇ ਦਰਗਾਹ ਵਿੱਚ ਜਾਂਦੇ ਆ। ਕਈ ਲੰਮੀਆਂ ਉਮਰਾਂ ਭੋਗੀ ਜਾਂਦੇ ਆ। ਸੰਸਾਰ ਦੀ ਖੇਡ ਹੈ। ਇੱਕ ਦੇ ਖਾਹੇ ਨਿਖੁੱਟੈ ਨਾਹੀਂ, ਕਈ ਦੁਨੀਆ ਵਿੱਚ ਐਸੇ ਹੈ ਪਰਉਪਕਾਰੀ ਜੀਉੜੇ ਗੁਰਮੁਖ, ਪਹਿਲਾਂ ਦੂਜੇ ਨੂੰ ਦਿੰਦੇ ਆ। ਇੱਕ ਦੇ ਖਾਹੇ, ਪਹਿਲਾਂ ਦਿੰਦੇ ਫੇਰ ਖਾਂਦੇ ਆ। ਇਹ ਤੇ ਗੁਰਸਿੱਖਾਂ ਨੂੰ ਮਹਾਰਾਜ ਨੇ ਬਖਸ਼ਿਸ਼ ਦਿੱਤੀ ਹੈ, ਲੋੜਵੰਦਾਂ ਨੂੰ ਦੇਣਾ ਤੇ ਫੇਰ ਖਾਣਾ। ਹਾਲਾਂਕਿ ਇਸਲਾਮਿਜ਼ਮ ਦੇ ਅੰਦਰ ਵੀ ਇਹ ਗੱਲ ਮਿਲਦੀ ਹੈ, ਪਰ ਜਵਾਨੀ ਮਿਲਦੀ ਹੈ। ਮੈਂ ਬੜੇ ਸਾਰੇ ਇਹਨਾਂ ਦੇ ਵਿਦਵਾਨ ਸੱਜਣਾਂ ਨੂੰ ਜਾਣਦਾ ਵੀ, ਮਿਲਦੇ ਵੀ ਰਹੀਦਾ। ਵਿਦਵਾਨ ਤੇ ਕਹਿੰਦੇ ਆ ਇਸਲਾਮ ਦੇ ਅੰਦਰ ਇਹ ਸੁਨੇਹਾ ਹੈ ਕਿ ਜੇ ਕੁਝ ਖਾਣਾ ਹੈ ਵਧੀਆ ਚੀਜ਼, ਤੇ ਪਹਿਲਾਂ ਤੇਰੇ ਗੁਆਂਢੀ ਨੂੰ ਦੇਖਣਾ ਵੀ ਉਹਦੇ ਹੈ ਕਿ ਨਹੀਂ। ਜੇ ਤੇਰਾ ਗੁਆਂਢੀ ਭੁੱਖਾ ਰਹਿੰਦਾ ਤੇ ਤੇਰੇ ਘਰ ਚੀਜ਼ਾਂ ਚੰਗੀਆਂ ਨੇ, ਤੇ ਫਿਰ ਤੂੰ ਚੰਗਾ ਗੁਆਂਢੀ ਨਹੀਂ ਹੋ ਸਕਦਾ। ਤੇਰੇ ਗੁਆਂਢੀ ਨੂੰ ਵੀ ਤੇਰਾ ਦੁੱਖ ਹੈ। ਕਹਿੰਦੇ ਫਿਰ ਕੀ ਕਰੋ? ਕਹਿੰਦੇ ਜੇ ਗੁਆਂਢੀ ਭੁੱਖਾ ਹੈ ਤੇ ਤੇਰੇ ਘਰ ਤੜਕੇ ਲੱਗਦੇ ਆ, ਤੇ ਇਉਂ ਇਸ ਤਰੀਕੇ ਨਾਲ ਲਿਆਈ ਕੋਈ ਚੀਜ਼ ਕਿ ਉਹਨੂੰ ਪਤਾ ਨਾ ਲੱਗੇ, ਉਹਦਾ ਦਿਲ ਨਾ ਦੁਖੀ ਹੋਵੇ। ਸਾਡੇ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਸਾਡੇ ਤਾਂ ਇਹ ਹੈ ਵੀ ਤੇਰੇ ਕੋਲ ਭਾਵੇਂ ਜਿੰਨਾ ਵੀ ਆ ਹੱਥੋਂ ਦੇ ਕੇ ਭਲਾ ਮਨਾਏ ਹੈ, ਗੁਰੂ ਘਰ ਦਾ ਨਿਯਮ ਹੈ ਵੀ ਉਹਦੀ ਸਹਾਇਤਾ ਕਰਦੇ। ਲੋੜਵੰਦ ਦੀ, ਜ਼ਰੂਰਤਮੰਦ ਦੀ ਸਹਾਇਤਾ ਕਰ, ਉਹਦੀ ਸਹਾਇਤਾ ਜ਼ਰੂਰ ਕਰੋ। ਅਤੇ ਸਿੱਖਾਂ ਨੇ ਕਦੇ ਵੀ ਸਾਧ ਸੰਗਤ ਜਦੋਂ ਕਿਤੇ ਵੀ ਕਿਸੇ ਦੇ ਉੱਤੇ ਵੀ ਦੁੱਖ ਆਇਆ, ਭਾਵੇਂ ਦੁਸ਼ਮਣੇ ਕਿਉਂ ਨਾ ਹੋਵੇ, ਉਹਦੀ ਵੀ ਮਦਦ, ਉਹਦੀ ਵੀ ਸਹਾਇਤਾ ਕੀਤੀ ਹੈ। ਇਹ ਵਾਹਿਗੁਰੂ ਨੇ ਖਾਲਸਿਆਂ ਦੇ ਅੰਦਰ ਗੁਣ ਪਾਇਆ ਹੈ। ਮਹਾਰਾਜ ਕਹਿੰਦੇ ਇੱਕ ਦੇ ਖਾਹੇ, ਕਈ ਇੱਕ ਐਸੇ ਗੁਰਮੁਖ ਹਨ ਪਹਿਲਾਂ ਦੂਜਿਆਂ ਨੂੰ ਦਿੰਦੇ ਹਨ ਜਾਂ ਰੱਬ ਦੇ ਨਾਂ ਦਾ ਦਿੰਦੇ ਹਨ, ਫਿਰ ਖਾਂਦੇ ਹਨ। ਨਿਖੁੱਟੈ ਨਾਹੀਂ, ਉਹਨਾਂ ਦੇ ਕੋਲ ਇੰਨੇ ਭੰਡਾਰੇ ਹਨ ਮੁੱਕਦੇ ਹੀ ਨਹੀਂ, ਵੰਡੀ ਜਾਂਦੇ ਆ, ਭਰੀ ਜਾਂਦੇ ਆ। ਗੁਰੂ ਮਹਾਰਾਜ ਜੀ ਕਹਿੰਦੇ ਫਿਕਰੇ ਨਾ ਕਰ, ਹੱਥ ਤੇਰਾ ਖੀਸਾ ਮੇਰਾ, ਵੰਡੀ ਜਾ ਦੱਬ ਦੱਬ ਕੇ। ਮਹਾਰਾਜ ਕਹਿੰਦੇ ਨਿਖੁੱਟੈ ਨਾਹੀਂ, ਇੱਕ ਸਦਾ ਫਿਰੈ ਫਕੀਰ। ਕਈ ਕੈਸੇ ਹੈ ਹਮੇਸ਼ਾ ਹੀ ਫਕੀਰ, ਜਦੋਂ ਮਰਜ਼ੀ ਦੇਖੋ ਖਜ਼ਾਨਾ ਖਾਲੀ ਹੈ, ਪੀਪਾ ਖੜਕਦਾ ਹੀ ਖੜਕਦਾ। ਮਹਾਰਾਜ ਕਹਿੰਦੇ ਕਈ ਕੈਸੇ ਹੈ,
ਇਸ ਤਰ੍ਹਾਂ ਦੇ ਫਕੀਰ ਵੀ ਹੈ ਸਦਾ ਹੀ ਜਿਹੜੇ ਹੱਥ ਵੀ ਨਹੀਂ ਲਾਉਂਦੇ ਧਨ ਨੂੰ, ਇਹ ਵੀ ਇਸ ਸੰਸਾਰ ਵਿੱਚ ਹਨ, ਫਕੀਰੀ ਅਵਸਥਾ 'ਚ ਰਹਿੰਦੇ। ਹੁਕਮੀ ਸਾਜੇ ਹੁਕਮੀ ਢਾਹੇ, ਏਕ ਚਸੇ ਮਹਿ ਲੱਖ। ਗੁਰੂ ਪਾਤਸ਼ਾਹ ਜੀ ਕਹਿੰਦੇ ਹੁਕਮੀ ਸਾਜੇ, ਇਹ ਵਾਹਿਗੁਰੂ ਦੇ ਹੁਕਮ ਵਿੱਚ ਹੀ ਹਨ ਸਾਜੇ ਹੋਏ ਸਾਰੇ। ਕੋਈ ਗਰੀਬ ਹੈ, ਕੋਈ ਅਮੀਰ ਹੈ, ਕੋਈ ਧਰਤੀ 'ਤੇ ਪਤਾਲ 'ਤੇ ਆਸਮਾਨ 'ਤੇ ਹੈ, ਕਈ ਰੱਬ ਦੇ ਦਰ ਨਾਲ ਜੁੜੇ ਹਨ, ਕਈਆਂ ਦੀ ਲੰਮੀ ਉਮਰ ਹੈ, ਕਈ ਛੋਟੀ ਉਮਰੇ ਚੱਲ ਵਸਦੇ ਹਨ, ਕਈ ਦਈ ਜਾਂਦੇ ਆ, ਉਹਨਾਂ ਦੇ ਭੰਡਾਰੇ ਭਰੇ ਹਨ, ਕਈ ਸਾਰੀ ਜ਼ਿੰਦਗੀ ਫਕੀਰ ਹੀ ਬਣੇ, ਤਿਆਗ ਕੇ ਸਭ ਕੁਝ ਸੀ ਤਿਆਗ ਦਿੱਤਾ, ਲੋਕਾਂ ਦੇ ਘਰ ਘਰ ਜਾ ਜਾ ਮੰਗਿਆ ਉਹਨਾਂ ਨੇ। ਇਸ ਤਰ੍ਹਾਂ ਦੇ ਵੀ ਆ, ਜਾਂ ਕਈ ਫਕੀਰ ਕੰਗਾਲ ਸਾਰੀ ਜ਼ਿੰਦਗੀ ਫਕੀਰੀ 'ਚ ਭੁੱਖੇ ਗਰੀਬੀ 'ਚ ਮਰ ਜਾਂਦੇ ਆ। ਹੁਕਮੀ ਸਾਜੇ, ਇਹ ਵਾਹਿਗੁਰੂ ਦੇ ਹੁਕਮ ਵਿੱਚ ਹੈ। ਹੁਕਮ ਕਿਸ ਤਰ੍ਹਾਂ ਵਰਤਦਾ ਹੈ, ਉਹਨਾਂ ਦੇ ਕੀਤੇ ਕਰਮ ਅਨੁਸਾਰ ਜੀਵਾਂ ਦੇ ਪ੍ਰਾਲਬਧ ਨਾਲ ਚੱਲਦੀ ਬੰਦੇ ਨੇ, ਜੋ ਕੁਝ ਉਹਨੇ ਕੀਤਾ, ਜਿਸ ਤਰ੍ਹਾਂ ਦਾ ਬੀਜਿਆ ਉਹ ਵੱਢਿਆ। ਹੁਕਮੀ ਸਾਜੇ ਹੁਕਮੀ ਢਾਹੇ, ਹੁਕਮ ਵਿੱਚ ਢਾਹ ਲੈਂਦਾ ਹੈ, ਜਦੋਂ ਉਹਦਾ ਦਿਲ ਕਰਦਾ ਹੈ ਢਾਹ ਲੈਂਦਾ ਹੈ। ਢਾਹ ਜਣੀ ਨਾਸ਼ਵੰਤ ਜੀਵ ਹਨ ਤੇ ਨਾਸ਼ ਨੂੰ ਪ੍ਰਾਪਤ ਹੋ ਜਾਂਦੇ ਹਨ, ਪ੍ਰਾਲਬਧ ਮੁੱਕ ਜਾਂਦੀ ਹੈ। ਹੁਕਮ ਦੇ ਵਿੱਚ ਇਹ ਅਵਸਥਾਵਾਂ ਸਾਜਦਾ ਹੈ, ਗਰੀਬੀ ਦੀ, ਅਮੀਰੀ ਦੀ, ਔਰ ਹੁਕਮ ਦੇ ਵਿੱਚ ਜਦੋਂ ਪ੍ਰਾਲਬਧ ਖਤਮ ਹੋ ਗਈ ਢਾਹ ਲੈਂਦਾ, ਗਰੀਬਾਂ ਨੂੰ ਬਥੇਰਿਆਂ ਨੂੰ ਕੰਗਾਲ ਬਣਾ ਦਿੰਦਾ ਹੈ ਤੇ ਬਥੇਰੇ ਗਰੀਬਾਂ ਨੂੰ ਬਾਦਸ਼ਾਹ ਬਣਾ ਦਿੰਦਾ। ਹੁਕਮ ਵਿੱਚ ਹੈ। ਮਹਾਰਾਜ ਕਹਿੰਦੇ ਏਕ ਚਸੇ ਮਹਿ ਲੱਖ, ਇੱਕ ਚਸੇ ਦੇ ਵਿੱਚ ਇਉਂ ਕਹਿ ਲਓ ਕਿ ਇੱਕ ਅੱਖ ਝਪਕਣ ਤੋਂ ਵੀ ਘੱਟ ਸਮੇਂ ਦੇ ਵਿੱਚ ਉਹ ਲੱਖਾਂ ਕੌਤਕ ਕਰ ਸਕਦਾ, ਲੱਖਾਂ ਨੂੰ ਸਾਜਦਾ ਹੈ, ਲੱਖਾਂ ਨੂੰ ਢਾਉਣ ਦੀ ਸਮਰੱਥਾ ਰੱਖਦਾ ਹੈ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਹਨ। ਸਭ ਕੋ ਨੱਥੈ ਨੱਥਿਆ, ਬਖਸ਼ੇ ਤੋੜੇ ਨੱਥ। ਸਭ ਕੋ ਨੱਥੈ ਨੱਥਿਆ, ਸਾਰਿਆਂ ਨੂੰ ਆਪਣੇ ਹੁਕਮ ਰੂਪੀ ਨੱਥ ਦੇ ਵਿੱਚ ਉਹਨੇ ਨੱਥਿਆ ਹੋਇਆ ਹੈ। ਨੱਕ ਨੱਥ ਖਸਮ ਹੱਥ, ਇਹ ਜੀਵਾਂ ਦੇ ਨੱਕ ਦੇ ਵਿੱਚ ਉਹਦੀ ਹੁਕਮ ਰੂਪੀ ਨੱਥ ਪਾਈ ਹੋਈ ਹੈ। ਜੀਵਾਂ ਦੇ ਮਸਤਕ ਰੂਪੀ ਨੱਕ ਦੇ ਉੱਤੇ ਉਹਨੇ ਹੁਕਮ ਦਾ ਲੇਖ ਲਿਖਿਆ ਹੋਇਆ ਹੈ। ਇਉਂ ਕਹਿ ਲਓ ਪ੍ਰਾਲਬਧ ਰੂਪੀ ਨੱਕ ਦੇ ਵਿੱਚ ਉਹਨੇ ਆਪਣੀ ਹੁਕਮ ਰੂਪੀ ਲੇਖ ਲਿਖੀ ਹੋਈ ਹੈ ਵੀ ਆਹ ਕੁਝ ਤਾਂ ਖੱਟਿਆ, ਆਹ ਕੁਝ ਤਾਂ ਖਾਣਾ, ਆਹ ਬੀਜਿਆ, ਆਹ ਵੱਢਣਾ। ਹੁਕਮ ਦਿੱਤਾ ਹੋਇਆ ਇੱਦਾਂ ਕਰੇਗਾ, ਇਹਦਾ ਆਹ ਫਲ ਮਿਲੇਗਾ। ਮਹਾਰਾਜ ਕਹਿੰਦੇ ਸਭ ਕੋ ਨੱਥੈ ਨੱਥਿਆ, ਸਭ ਨੂੰ ਉਸ ਵਾਹਿਗੁਰੂ ਨੇ ਆਪਣੇ ਹੁਕਮ ਰੂਪੀ ਨੱਥ ਵਿੱਚ ਨੱਥਿਆ ਹੈ। ਬਖਸ਼ੇ ਤੋੜੇ ਨੱਥ, ਜਿੰਨਾ ਸਮਾਂ ਜੀਵ ਭਾਵ ਵਿੱਚ ਹਾਂ ਉਨਾ ਸਮਾਂ ਨੱਥ ਵਿੱਚ ਹਾਂ, ਪਰ ਜਦੋਂ ਬਖਸ਼ ਲੈਂਦਾ ਤੇ ਨੱਥ ਤੋੜ ਦਿੰਦਾ। ਫਿਰ ਮਾਇਆ ਦੀ ਨੱਥ ਟੁੱਟ ਜਾਂਦੀ ਹੈ, ਫਿਰ ਮਾਇਆ ਤੋਂ ਪਾਰ ਹੋ ਜਾਂਦੇ ਆ, ਫਿਰ ਉਹ ਐਡੀ ਵੱਡੀ ਤਾਕਤ ਦੇ ਮਾਲਕ ਹੋ ਜਾਂਦੇ ਜੋ ਆਮ ਬੰਦੇ ਲਈ ਕਰਾਮਾਤ ਬਣ ਜਾਂਦੀ ਹੈ। ਉਹ ਕੁਝ ਕਰ ਦਿੰਦੇ ਜਿੱਥੇ ਆਮ ਬੰਦਾ ਕਹਿ ਦਿੰਦਾ ਹੈ ਕਿ ਇੱਦਾਂ ਤਾਂ ਹੋ ਹੀ ਨਹੀਂ ਸਕਦਾ, ਮੈਂ ਨਹੀਂ ਮੰਨਦਾ ਬਈ ਇੱਦਾਂ ਕਿਵੇਂ ਹੋ ਜਾਏਗਾ, ਪਰ ਮਹਾਰਾਜ ਕਹਿੰਦੇ ਉਹ ਤੇਰੇ ਲਈ ਹੈ ਵੀ ਨਹੀਂ ਹੋ ਸਕਦਾ, ਤੂੰ ਨਹੀਂ ਕਰ ਸਕਦਾ। ਇੱਕ ਛੋਟਾ ਬੱਚਾ 5 ਸਾਲ ਦਾ, ਉਹ 5-10 ਕਿੱਲੋ ਵਜ਼ਨ ਨਹੀਂ ਚੱਕ ਸਕਦਾ। ਇੱਕ ਬੰਦਾ ਹੈ 1 ਕੁਆਂਟਲ ਦੀ ਬੋਰੀ ਚੁੱਕ ਲੈਂਦਾ, ਇੱਕ 50 ਕਿੱਲੋ ਦਾ ਥੈਲਾ ਚੁੱਕਦਾ ਹੈ। ਇੱਦਾਂ ਹੀ ਹੈ, ਸਮਰੱਥਾ ਹੈ। ਕਈ ਬੰਦਿਆਂ ਦੀ ਇਸ ਤਰ੍ਹਾਂ ਦੀ ਅਵਸਥਾ, ਸਾਧ ਸੰਗਤ ਤੋਂ ਵਿਚਾਰੇ ਤੁਰ ਵੀ ਨਹੀਂ ਸਕਦੇ, ਕਈ ਛਾਲਾਂ ਮਾਰਦੇ ਉੱਚੀਆਂ ਉੱਚੀਆਂ। ਇਸੇ ਤਰੀਕੇ ਜਿਹੜਾ ਕੰਮ ਅਸੀਂ ਨਾ ਕਰ ਸਕੀਏ ਉਹਨੂੰ ਫਿਰ ਅਸੀਂ ਕਰਾਮਾਤ ਕਹਿ ਲੈਂਦੇ ਹਾਂ ਵੀ ਇਹ ਤਾਂ ਮੇਰੇ ਤੋਂ ਹੁੰਦਾ ਨਹੀਂ। ਕਰਾਮਾਤ ਸ਼ਬਦ ਵੈਸੇ ਅਰਬੀ ਫਾਰਸੀ ਵਿੱਚ ਵਰਤਿਆ ਜਾਂਦਾ ਹੈ। ਕਰਾਮਾਤੁਨ ਧਾਤੂ ਤੋਂ ਬਣਿਆ ਹੋਇਆ, ਜਿਹੜਾ ਸਾਡੇ ਲਈ ਔਖਾ ਹੋਵੇ। ਪਰ ਇਹਦਾ ਇਸ ਤਰ੍ਹਾਂ ਵੀ ਵਿਦਵਾਨ ਅਰਥ ਕਰਦੇ ਹਨ ਜਿੱਥੇ ਕਰਮਾ ਅੰਤ ਹੋ ਜਾਏ, ਜੋ ਅਸੀਂ ਕਰ ਨਾ ਸਕੀਏ ਉਹਦਾ ਅੰਤ ਹੋ ਜਾਏ। ਅਸੀਂ ਕਰ ਨਾ ਸਕੀਏ, ਸਾਡਾ ਅੰਤ ਹੋ ਜਾਏ ਵੀ ਹੁਣ ਨਹੀਂ ਹੋਣਾ, ਪਰ ਕੋਈ ਕਰ ਦੇਵੇ ਫਿਰ ਅਸੀਂ ਕਹਿੰਦੇ ਹਾਂ ਵੀ ਇਹ ਕਰਾਮਾਤ ਹੈ। ਅਸੀਂ ਕਰ ਨਾ ਸਕੀਏ। ਮਹਾਰਾਜ ਕਹਿੰਦੇ ਬਈ ਬਖਸ਼ੇ ਤੋੜੇ ਨੱਥ, ਜਦੋਂ ਬਖਸ਼ ਲੈਂਦਾ ਫਿਰ ਇਹ ਹੱਦਬੰਦੀ ਦੀਆਂ ਨੱਥਾਂ ਤੋੜ ਦਿੰਦਾ ਹੈ। ਉਹ ਚਾਹੇ ਗੁਰਮੁਖ ਫਿਰ ਜੋ ਮਰਜ਼ੀ ਕਰ ਸਕਦੇ ਹਨ, ਕਿਉਂਕਿ ਜਿਨ ਕਾ ਕਹਿਆ
ਦਰਗਹਿ ਚੱਲੈ ਸੋ ਕਿਸ ਕੀ ਨਾਦਰ ਲਿਆਵੈ ਤਲੈ। ਉਹਨਾਂ ਦਾ ਕਿਹਾ ਹੋਇਆ ਦਰਗਾਹ ਵਿੱਚ ਵੀ ਪ੍ਰਵਾਨ ਹੈ। ਗੁਰੂ ਘਰ ਵਿੱਚ ਇਸ ਤਰ੍ਹਾਂ ਦੀਆਂ ਬੜੀਆਂ ਉਦਾਹਰਨਾਂ ਬੇਅੰਤ ਮਿਲਦੀਆਂ ਹਨ। ਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ, ਗੁਰੂ ਹਰਰਾਏ ਸਾਹਿਬ ਜੀ ਦੇ ਪਿਤਾ, ਗਏ ਖੇਡਣ ਇੱਧਰ ਨੂੰ ਆਪਣੇ ਸਾਥੀਆਂ ਨਾਲ ਜੰਗਲ ਨੂੰ। ਅੱਗੇ ਨਾਲ ਦੇ ਸਾਥੀਆਂ ਨੂੰ ਲੱਗਿਆ ਜੰਗਲ ਵਿੱਚੋਂ ਸ਼ੇਰ ਆ ਰਿਹਾ ਹੈ। ਆਵਾਜ਼ ਆਈ, ਖੜਕਾ ਹੋਇਆ। ਸਾਥੀ ਨੇ ਗੋਲੀ ਚਲਾ ਦਿੱਤੀ ਬੰਦੂਕ ਦੀ। ਗੋਲੀ ਲੱਗੀ, ਦੇਖਿਆ ਅੱਗੇ ਗਾਂ ਮਰੀ ਪਈ। ਇੱਥੋਂ ਥੋੜ੍ਹੀ ਜਿਹੀ ਦੂਰ ਜਾਓ, 4-5 ਕਿਲੋਮੀਟਰ ਪਿੰਡ ਹੈ ਜਿੰਦਵੜੀ। ਉਹ ਉੱਥੇ ਗੁਰਦੁਆਰਾ ਬਣਿਆ ਹੋਇਆ, ਉੱਥੇ ਜਿੱਥੇ ਘਟਨਾ ਘਟੀ। ਬੜਾ ਪਵਿੱਤਰ ਸਥਾਨ ਹੈ, ਵੱਡਾ ਸਰੋਵਰ ਬਣਿਆ ਹੋਇਆ, ਦਰਸ਼ਨ ਕਰਨੇ ਚਾਹੀਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਪ੍ਰਬੰਧ ਹੈ ਉੱਥੇ ਦਾ, ਇਤਿਹਾਸਕ ਸਥਾਨ ਹੈ। ਗੋਲੀ ਚੱਲੀ, ਦੇਖਿਆ ਗਾਂ ਮਰ ਗਈ। ਆਲੇ ਦੁਆਲੇ ਦੇ ਲੋਕ ਇਕੱਠੇ ਹੋ ਕੇ ਰੌਲਾ ਪੈ ਗਿਆ। ਧਾਰਮਿਕ ਵਖੇੜਾ ਖੜਾ ਹੋਣ ਦਾ ਡਰ ਬਣ ਗਿਆ, ਕਿਉਂਕਿ ਲੋਕਾਂ ਦੀਆਂ ਭਾਵਨਾ ਜੁੜੀਆਂ ਹੁੰਦੀਆਂ ਕਈ ਚੀਜ਼ਾਂ ਨਾਲ। ਉਹਨਾਂ ਆਖਿਆ ਚਲੋ ਗਾਂ ਹੋਰ ਲੈ ਲਓ, ਨਵੀਂ ਲੈ ਲਓ, ਮੁੱਲ ਲੈ ਲਓ, ਜਿੰਨੇ ਦੀ ਆ ਉਦੋਂ 2 ਗਾਵਾਂ ਦੇ ਪੈਸੇ ਲੈ ਲਓ। ਕਹਿੰਦੇ ਨਹੀਂ ਜੀ, ਸਾਨੂੰ ਤਾਂ ਸਾਡੀ ਗਾਂ ਹੈ, ਇਹੀ ਸਾਡੀ ਤਾਂ ਮਾਂ ਦੀ ਤਰ੍ਹਾਂ ਅਸੀਂ ਇਹਦਾ ਸਤਿਕਾਰ ਕਰਦੇ ਹਾਂ। ਫਿਰ ਕੀ ਕੀਤਾ ਜਾਏ? ਕਹਿੰਦੇ ਜੀ ਕਰਨਾ ਕੀ, ਉਹ ਝਗੜਾ ਹੀ ਕਰਨਾ ਚਾਹੁੰਦੇ ਸੀ ਜਣੀ ਬੇਵਜ੍ਹਾ ਤੋਂ। ਇੱਕ ਗਾਂ ਦੀ ਥਾਂ ਕਈ ਮਰਦੇ ਫਿਰ ਉੱਥੇ। ਹੁਣ ਕੀ ਕੀਤਾ ਜਾਏ? ਸਾਨੂੰ ਤਾਂ ਜੀ ਗਾਂ ਜਿੰਦਾ ਕਰੋ। ਫਿਰ ਬਾਬਾ ਜੀ ਨੇ ਉੱਥੇ ਗਾਂ ਜਿੰਦਾ ਕਰ ਦਿੱਤੀ ਜਿੰਦਵੜੀ। ਗੁਰੂ ਜੀ ਕੋਲ ਆਏ ਜਦੋਂ, ਗੁਰੂ ਜੀ ਨੂੰ ਸਿੱਖਾਂ ਨੇ ਦੱਸਿਆ। ਮਹਾਰਾਜ ਨੇ ਫਿਰ ਉੱਥੇ ਆਖਿਆ, ਕਹਿੰਦੇ ਵੀ ਇੱਦਾਂ ਕਿਹਦੀਆਂ ਗਾਵਾਂ ਜਿੰਦਾ ਕਰਦੇ ਫਿਰਾਂਗੇ? ਇੱਥੇ ਤੇ ਲੋਕ ਕਿਸੇ ਦਾ ਕਟਰੂ ਮਰ ਜੂ, ਵਛਰੂ ਮਰ ਜੂ, ਕੁੱਤਾ ਮਰ ਜੂ, ਗਧਾ ਮਰ ਜੂ, ਘੋੜਾ ਮਰ ਜੂ, ਗੁਰਦੁਆਰੇ ਇਹੀ ਕੁਝ ਲੈਣ ਆਈ ਜਾਣਗੇ ਲੋਕੀ। ਇੱਥੇ ਤੇ ਜੀਵਨ ਇਸ ਸਰੀਰ ਤੋਂ ਪਾਰ ਜਿਹੜੀ ਆਤਮ ਤੱਤਵ ਹੈ, ਵਸਤੂ ਹੈ, ਜੋ ਇਸ ਦੇ ਅੰਦਰ ਜੋਤ ਸਰੂਪ, ਜਿਹਨੂੰ ਆਖਿਆ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਹ ਜਿਹੜੀ ਚਾਨਣ ਕਰਨ ਵਾਲੀ ਹੈ, ਗੁਰਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਨਾਲ ਉਹ ਜੋਤ ਪ੍ਰਗਟ ਕਰਨੀ ਹੈ ਜੀਵ ਨੇ, ਪਰ ਉਸ ਜੋਤ ਦੀ ਤੇ ਸੋਝੀ ਨਹੀਂ। ਤੇ ਬੰਦਾ ਬਾਹਰੀ ਸਰੀਰ ਤੱਕ ਕੇ ਹੱਦ ਮਿੱਥ ਕੇ ਬਹਿ ਜਾਏਗਾ, ਔਰ ਗੁਰੂ ਘਰ ਨੂੰ ਵੀ ਬਸ ਇੱਥੇ ਸਰੀਰਾਂ ਤੱਕ ਕੇ ਰੱਖ ਲਏਗਾ। ਤੇ ਫਿਰ ਇਹ ਤੇ ਗੁਰੂ ਘਰ ਦਾ ਜੋ ਵੱਡਾ ਅਰਥ ਹੈ, ਗੁਰੂ ਘਰ ਦੇ ਅੰਦਰ ਜੋ ਵੱਡੀ ਦਾਤ ਬਖਸ਼ਿਸ਼ ਮਿਲਦੀ ਹੈ ਰੂਹਾਨੀਅਤ ਆਤਮਿਕ ਜੀਵਨ ਦੀ, ਉਹ ਤੇ ਲੋਕੀ ਵਾਂਝੀ ਰਹਿ ਜਾਣਗੇ, ਕਿਉਂਕਿ ਬਾਹਰੀ ਸਰੀਰਾਂ ਨਾਲ ਜੁੜੇ ਹੋਏ ਲੋਕ ਜ਼ਿਆਦਾ ਹਨ। ਇਸ ਲਈ ਇਹ ਠੀਕ ਨਹੀਂ ਗੁਰੂ ਘਰ ਦੇ ਅੰਦਰ। ਫਿਰ ਉਹਨਾਂ ਸਰੀਰ ਛੱਡਿਆ ਜਾ ਕੇ। ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਸਾਹਿਬ, ਕਿੱਡਾ ਵੱਡਾ ਸਥਾਨ ਹੈ, ਤੁਸੀਂ ਦਰਸ਼ਨ ਕਰ ਸਕਦੇ। ਪਰ ਆਮ ਬੰਦਾ ਜੇ ਕੋਈ ਸਾਡੇ ਅੱਗੇ ਗਾਂ ਰੱਖ ਦੇਵੇ, ਅਸੀਂ ਜਿੰਦਾ ਕਰ ਦੇਵਾਂਗੇ? ਜਾਂ ਸਾਨੂੰ ਕੋਈ ਕਹਿ ਦੇਵੇ ਵੀ ਸਰੀਰ ਛੱਡ ਦੇ, ਸਰੀਰ ਛੱਡ ਦੇਵਾਂਗੇ? ਜਾਂ ਤਾਂ ਕਿਸੇ ਕੋਠੇ ਤੋਂ ਚੜ੍ਹ ਕੇ ਛਾਲ ਮਾਰਾਂਗੇ, ਜਾਂ ਕੋਈ ਟ੍ਰੇਨ ਅੱਗੇ ਆਉਂਦਾ, ਜਾਂ ਕੁਛ ਹੋਰ ਖਾਂਦਾ, ਗੋਲੀਆਂ ਖਾਂਦਾ, ਕਿਸੇ ਦੇ 4 ਬੰਦਿਆਂ ਨੂੰ ਹੋਰ ਫਸਾਉਂਦਾ, ਇੱਦਾਂ ਮਰਦਾ। ਐਂ ਤਾਂ ਨਹੀਂ ਵੀ ਚੌਂਕੜਾ ਮਾਰਿਆ, ਜਪਜੀ ਸਾਹਿਬ ਦੀ ਬਾਣੀ ਪੜ੍ਹੀ, ਚਲੋ ਜੀ ਭੌਰ ਉਡਾ ਕੇ ਲੈ ਗਿਆ। ਸਾਡੇ ਲਈ ਇਹ ਗੱਲਾਂ ਔਖੀਆਂ ਹਨ। ਪਰ ਮਹਾਰਾਜ ਕਹਿੰਦੇ ਬਖਸ਼ੇ ਤੋੜੇ ਨੱਥ, ਜਿਹਨੂੰ ਬਖਸ਼ ਲੈਂਦਾ ਉਹਦੀ ਇਹ ਨੱਥ ਮਾਇਆ ਦੀ ਤੋੜ ਦਿੰਦਾ। ਫਿਰ ਉਹ ਮਾਲਕ ਐਡੀ ਵੱਡੀ ਤਾਕਤ ਦਾ ਹੁੰਦਾ, ਉਹ ਜੋ ਮਰਜ਼ੀ ਕਰ ਲਵੇ। ਅਗਰ ਯੋਗ ਮਤ ਨੂੰ ਪੜ੍ਹੋ ਤੇ ਯੋਗੀਆਂ ਦੇ ਯੋਗ ਸ਼ਸਤਰਾਂ ਵਿੱਚ ਤੇ ਐਸਾ ਵੀ ਲਿਖਿਆ ਹੈ ਕਿ ਐਸੇ ਐਸੇ ਪਹਾੜ ਹਨ ਜਿੱਥੇ ਬੰਦਾ ਜਾ ਹੀ ਨਹੀਂ ਸਕਦਾ। ਇੱਕ ਯੋਗੀ ਨੂੰ ਪੁੱਛਿਆ ਕਿਸੇ ਨੇ, ਫਿਰ ਉੱਥੇ ਯੋਗੀ ਕਿਵੇਂ ਜਾਂਦੇ? ਇੰਨੀ ਬਰਫ਼ ਹੈ, ਇੰਨਾ ਘਣਾ ਜੰਗਲ ਆ। ਉਹ ਕਹਿੰਦੇ ਯੋਗੀ ਲੋਕ ਚਲੇ ਜਾਂਦੇ। ਉਹ ਕਿਵੇਂ? ਕਹਿੰਦੇ ਉਹ ਸਰੀਰ ਬਦਲ ਲੈਂਦੇ ਆ, ਕਿਸੇ ਪੰਛੀ ਦੇ ਸਰੀਰ 'ਚ ਪ੍ਰਵੇਸ਼ ਕਰ ਜਾਂਦੇ ਆ ਸਰੀਰ। ਉਹਨਾਂ ਦੀਆਂ ਤਾਂ ਬੜੀਆਂ ਇਸ ਤਰ੍ਹਾਂ ਦੀਆਂ ਕਥਾਵਾਂ ਕਹਾਣੀਆਂ ਪ੍ਰਸਿੱਧ ਹਨ। ਤਾਂ ਉਹ ਇਸ ਤਰ੍ਹਾਂ ਕੁਛ ਵੀ ਸੰਭਵ ਹੋ ਸਕਦਾ ਹੈ। ਰੂਹਾਨੀਅਤ ਦੀ ਜਿਹੜੀ ਜੀਵਨ ਹੈ, ਇਹਦੇ ਵਿੱਚ ਬਹੁਤ ਕੁਝ ਹੈ ਸਾਡੇ ਲਈ। ਉਹ ਗੱਲਾਂ ਇੱਕ ਹੁਣ ਮਸ਼ਹੂਰ ਜਿਹਾ ਹੋ ਗਿਆ ਕੰਮ, ਗੱਪ ਵਾਲਾ। ਗੱਪ ਤੇ ਸਾਡੀ ਜ਼ਿੰਦਗੀ ਆ, ਬਸ ਐ ਸਮਝ ਲਓ। ਜੋ ਕੁਛ ਅਸੀਂ ਕਰਦੇ ਹਾਂ, ਸਾਡੀਆਂ ਹੱਦਾਂ ਨੇ, ਅਸੀਂ ਬੰਨੀਆਂ ਨੇ। ਜਿਹੜੀ ਚੀਜ਼ ਸਾਨੂੰ ਲੱਗਦੀ ਹੈ ਸੱਚੀ, ਅਸੀਂ ਉਹਨੂੰ ਸੱਚ ਮੰਨ ਲੈਂਦੇ। ਜਿਹੜੀ ਚੀਜ਼ ਅਸੀਂ ਨਹੀਂ ਕਰ ਸਕਦੇ, ਉਹ ਸਾਡੇ ਲਈ ਝੂਠ ਲੱਗਦੀ ਹੈ। ਰੂਹਾਨੀਅਤ ਦੇ ਜੀਵਨ ਵਿੱਚ ਜਦੋਂ ਬੰਦਾ ਇਸ ਸਰੀਰ ਤੋਂ ਪਾਰਲੇ ਸਰੀਰ ਨੂੰ ਮੰਨਦਾ ਹੈ, ਜਿਹੜਾ ਇਨਸਾਨ ਇਸ ਦੁਨੀਆ ਤੋਂ ਪਾਰ ਵੀ ਕਿਸੇ ਦੁਨੀਆ ਦੀ ਗੱਲ ਕਰਦਾ ਹੈ,
ਉਹ ਫਿਰ ਇਹਨਾਂ ਚੀਜ਼ਾਂ ਨੂੰ ਝੂਠ ਨਹੀਂ ਕਹਿ ਸਕਦਾ। ਉਹ ਬੰਦਾ ਇਹ ਗੱਲ ਨੂੰ ਜਾਣਦਾ ਹੈ ਕਿ ਇੱਥੇ ਗੁਰਮੁਖ ਕੁਝ ਵੀ ਕਰ ਸਕਦੇ ਆ, ਸੰਭਵ ਹੈ ਉਹਨਾਂ ਦੇ ਲਈ, ਕਿਉਂਕਿ ਉਹ ਨੱਥ ਟੁੱਟ ਜਾਂਦੀ ਉਹਨਾਂ ਦੀ। ਵਰਨਾ ਚਿਹਨਾ ਬਾਹਰਾ, ਹੁਣ ਇਦੋਂ ਅੱਗੇ ਨਹੀਂ ਗੱਲ ਕਰਨੀ ਆਪਾਂ, ਕਿਉਂਕਿ ਹਜਮ ਨਹੀਂ ਹੁੰਦੀ ਇਸ ਤਰ੍ਹਾਂ ਦੀ ਗੱਲ। ਗੁਰਬਾਣੀ ਦੀ ਉਹ ਹੈ, ਗੁਰਮਤ ਦੀ ਹੀ ਹੈ, ਪਰ ਗੁਰਮਤ ਵੀ ਹਰ ਕਿਸੇ ਦੇ ਸਮਝ ਥੋੜ੍ਹਾ ਪੈਂਦੀ। ਝੰਡੀਆਂ ਚੱਕਣ ਵਾਲੇ, ਨਾਅਰੇ ਲਾਉਣ ਵਾਲੇ ਵਾਧੂ ਮਿਲ ਜਾਣਗੇ, ਪਰ ਜੇ ਗੁਰਮਤ ਦੀ ਗੱਲ ਸਮਝਣੀ ਹੋਵੇ ਤਾਂ ਉਹਦੇ ਲਈ ਤਾਂ ਬਾਣੀ ਪੜ੍ਹਨੀ ਪੈਣੀ। ਉਹ ਬਾਣੀ ਪੜ੍ਹਨੀ ਔਖੀ ਹੈ। ਫਿਰ ਜੇ ਬਾਣੀ ਦੀ ਤੁਹਾਨੂੰ ਸਹੀ ਵਿਚਾਰ ਵੀ ਕੋਈ ਸੁਣਾ ਦੇਵੇ, ਉਹ ਵੀ ਛੇਤੀ ਸਮਝ ਨਹੀਂ ਸਕਦੇ। ਇਸ ਲਈ ਮਹਾਰਾਜ ਕਹਿੰਦੇ ਹਨ, ਸਭ ਕੋ ਨੱਥੈ ਨੱਥਿਆ। ਸਾਰੀ ਦੁਨੀਆ ਨੂੰ ਉਹਨੇ ਆਪਣੀ ਹੁਕਮ ਰੂਪੀ ਨੱਥ ਵਿੱਚ, ਇੱਕ ਮਰਿਆਦਾ ਵਿੱਚ, ਇੱਕ ਬੰਧਨ 'ਚ ਪ੍ਰਾਲਬਧ ਅਨੁਸਾਰ ਨੱਥੇ ਹੋਏ ਆ। ਪਰ ਬਖਸ਼ੇ ਤੋੜੇ ਨੱਥ, ਜਦੋਂ ਬਖਸ਼ਦਾ ਹੈ ਉਹ ਨੱਥ ਤੋੜ ਦਿੰਦਾ ਹੈ, ਪੜਦਾ ਅੱਖਾਂ ਤੋਂ ਚੁੱਕ ਦਿੰਦਾ ਹੈ, ਸੁਰਤ ਤੋਂ ਮਾਇਆ ਦਾ। ਫਿਰ ਉਹਨੂੰ ਵਿਸ਼ਾਲ ਬ੍ਰਹਿਮੰਡ ਦੇ ਦਰਸ਼ਨ ਹੋ ਜਾਂਦੇ ਹਨ। ਫਿਰ ਉੱਥੇ ਜਾ ਕੇ ਉਹ ਕਹਿ ਉੱਠਦਾ ਹੈ, ਹੇ ਵਾਹਿਗੁਰੂ ਲੇਖੇ ਵਾਜ ਅਲੱਖ, ਤੇਰਾ ਲੇਖਾ ਨਹੀਂ, ਅੰਤ ਨਹੀਂ, ਕੀ ਲਿਖਾਂ, ਕਿੰਨਾ ਕੁ ਲਿਖਾਂ। ਵਰਨਾ ਚਿਹਨਾ ਬਾਹਰਾ, ਤੂੰ ਤੇ ਵਰਨਾ ਤੋਂ, ਵਰਨ ਹੁੰਦੇ ਆ ਰੰਗ, ਚਿਹਨਾਂ ਤੋਂ ਜਿਹੜੇ ਚਿਹਨ ਹੁੰਦੇ ਆ ਸਰੀਰ ਦੇ, ਪਹਿਚਾਣ ਚਿੰਨ ਹੁੰਦੇ ਆ ਜਿਹੜੇ। ਮਹਾਰਾਜ ਕਹਿੰਦੇ ਇਹਨਾਂ ਤੋਂ ਤੂੰ ਬਾਹਰਾ ਹੈ। ਜਿਹੜੇ ਰੰਗ ਹਨ ਇਹਨਾਂ ਤੋਂ ਵੀ ਪਰੇ ਹੈ। ਆਪਣੇ ਰੰਗ ਹਨ, ਸਾਂਵਲਾ ਹੈ, ਕਾਲਾ ਹੈ, ਗੋਰਾ ਹੈ, ਇੱਦਾਂ ਦੇ ਰੰਗ ਆਪਣੇ ਮੰਨੇ ਹੋਏ ਹਨ। ਜਾਂ ਮੂਰਤੀਆਂ ਦੇ ਰੰਗ ਹਨ, ਇਸ ਰੰਗ ਦੀ ਹੈ, ਇਸ ਰੰਗ ਦੀ ਹੈ। ਮਹਾਰਾਜ ਕਹਿੰਦੇ ਤੂੰ ਇਹਨਾਂ ਤੋਂ ਪਰੇ ਹੈ, ਬਾਹਰਾ ਹੈ। ਲੇਖੇ ਬਾਜ ਅਲੱਖ, ਤੂੰ ਤੇਰਾ ਲੇਖਾ ਨਹੀਂ ਕੋਈ ਕੀਤਾ ਜਾ ਸਕਦਾ, ਲੇਖੇ ਤੋਂ ਪਾਰ ਹੈ। ਇਹ ਗੱਲ ਨੂੰ ਸਮਝਣਾ ਬਹੁਤ ਔਖਾ ਹੈ। ਵੈਸੇ ਤੁਲਸੀਦਾਸ ਕਿੱਡੇ ਵੱਡੇ ਭਗਤ ਹੋਏ ਆ, ਰਾਮਚਰਿਤ ਮਾਨਸ ਉਹਨਾਂ ਲਿਖਿਆ, ਰਾਮ ਜੀ ਦੇ ਉਪਾਸ਼ਕ ਹੋਏ ਆ। ਪਰ ਰਾਮ ਜੀ ਦੇ ਕਿੱਡੇ ਵੱਡੇ ਉਪਾਸ਼ਕ ਸਨ। ਇੱਕ ਵਾਰ ਉਹਨਾਂ ਨੂੰ ਬ੍ਰਿੰਦਾਵਨ ਜਾਣ ਦਾ ਮੌਕਾ ਮਿਲਿਆ। ਉੱਥੇ ਕ੍ਰਿਸ਼ਨ ਜੀ ਦੀ ਮੂਰਤੀ ਸੀ। ਸਾਰਿਆਂ ਨੇ ਉੱਥੇ ਝੁਕੇ, ਉਹਦੇ ਅੱਗੇ ਉਹਨਾਂ ਦੇ ਉਹ ਝੁਕੇ ਵੀ ਨਾ, ਉਹਨਾਂ ਨਾਂ ਵੀ ਨਾ ਲਿਆ ਉਹਨਾਂ ਦਾ, ਕ੍ਰਿਸ਼ਨ ਜੀ ਦਾ ਨਾਂ ਵੀ ਨਹੀਂ ਲੈਣਾ ਪਸੰਦ ਕਰਦੇ ਸੀ। ਉਹ ਕਹਿੰਦੇ ਨਾ, ਇਹ ਬੰਸਰੀ ਵਾਲਾ ਨਹੀਂ, ਮੈਨੂੰ ਤਾਂ ਧਨਸ਼ਾਲਾ ਵਧੀਆ ਲੱਗਦਾ। ਜਾਣੀ ਫਿਰ ਇੱਕ ਉਹਨਾਂ ਦੇ ਗ੍ਰੰਥਾਂ 'ਚ ਉਹਨਾਂ ਨੂੰ ਅਵਤਾਰ ਵੀ ਮੰਨਦੇ ਆ ਵੀ ਇੱਕੋ ਹੀ ਅਵਤਾਰ ਸੀ, ਉਹ ਵਿਸ਼ਨੂੰ ਜੀ ਦੇ ਅਵਤਾਰ ਸਨ। ਪੁਰਾਣਾਂ ਨੂੰ ਅਗਰ ਪੜ੍ਹਦੇ ਹਾਂ ਤੇ ਅਵਤਾਰਾਂ ਦੀ ਗੱਲ ਆਉਂਦੀ ਹੈ। ਇਹ ਹੱਦ ਤੋੜਨੀ, ਕਿਉਂਕਿ ਜਿੰਨਾ ਸਮਾਂ ਮੂਰਤੀ ਨਾਲ ਜੁੜਿਆ ਹੋਇਆ। ਹੁਣ ਹਿੰਦੂ ਮਤ ਅੰਦਰ ਦੇਖੋ ਤੁਸੀਂ, ਸਾਡੇ ਕਈ ਬੰਦੇ ਉੱਦਾਂ ਗਲਤ ਜਿਹੇ ਕਮੈਂਟ ਕਰੀ ਜਾਂਦੇ। ਕਰਨਾ ਨਹੀਂ ਚਾਹੀਦਾ ਕਿਸੇ ਦੇ ਧਰਮ 'ਤੇ, ਆਸਥਾ 'ਤੇ। ਕਈ ਚੀਜ਼ਾਂ ਬਹੁਤ ਗਹਿਰੀਆਂ ਹੁੰਦੀਆਂ ਨੇ। ਸਨਾਤਨ ਕਹਿ ਲਓ, ਸਨਾਤਨ ਕਹਿੰਦੇ ਆਪਣੇ ਆਪ ਨੂੰ, ਹਿੰਦੂਇਜ਼ਮ ਜਾਂ ਜੋ ਹੈ, ਇਹਨਾਂ ਦੇ ਵਿੱਚ ਇੱਕ ਚੀਜ਼ ਹੈ। ਦੇਖੋ ਤੁਸੀਂ, ਮੂਰਤੀ ਸਥਾਪਿਤ ਕਰਦੇ, ਥੋੜ੍ਹੇ ਦਿਨਾਂ ਬਾਅਦ ਫਿਰ ਉਹ ਮੂਰਤੀ ਨੂੰ ਪਾਣੀ ਵਿੱਚ ਜਲ ਪ੍ਰਵਾਹ ਕਰਦੇ ਆ। ਕਈ ਬੰਦੇ ਸਾਡੇ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਧਰਮ ਬਾਰੇ, ਉਹ ਉਹਨਾਂ ਦੀ ਫਿਰ ਨੁਕਤਾਚੀਨੀ ਵੀ ਕਰਦੇ। ਸਥਾਪਿਤ ਕਿਉਂ ਕੀਤੀ ਜੇ ਤਾਰਨੀ ਸੀ ਇੱਦਾਂ। ਉਹ ਵੀ ਇੱਕ ਬਹੁਤ ਗਹਿਨ ਇੱਕ ਸਬਕ ਹੁੰਦਾ, ਸਿੱਖਿਆ ਹੁੰਦੀ ਹੈ ਉਹਦੇ ਪਿੱਛੇ, ਵੀ ਮੂਰਤੀ ਸਦਾ ਨਹੀਂ ਟਿਕੀ ਰਹਿਣੀ ਚਾਹੀਦੀ ਤੇਰੇ ਅੰਦਰ। ਇਹ ਜੇ ਮੂਰਤ ਨਾਲ ਜੁੜਿਆ ਥੋੜ੍ਹਾ ਸਮਾਂ, ਉਸ ਤੋਂ ਬਾਅਦ ਮੂਰਤੀ ਤੋਂ ਪਾਰ ਲੰਘਣਾ। ਇਹਦੇ ਪਿੱਛੇ ਇੱਕ ਬਹੁਤ ਗਹਿਰਾ ਇੱਕ ਮਹਾਤਮਾ ਪੁਰਾਣਿਆਂ ਦੀ ਇੱਕ ਕਹਿ ਲਓ ਕਿ ਪ੍ਰਥਾ ਸੀ, ਸਰੀਰ ਨਾਲ ਜੁੜਨਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜਿੰਨੇ ਸਿੱਖ ਹੋਏ, ਜਦੋਂ ਪੜ੍ਹਦੇ ਹਾਂ ਇਤਿਹਾਸ ਨੂੰ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਕੋਲ ਰਾਜਾ ਸ਼ਿਵਨਾਭ, ਜਦੋਂ ਗੁਰੂ ਜੀ ਗਏ ਉੱਥੇ ਤੇ ਗੁਰੂ ਜੀ ਨਾਲ ਇੰਨਾ ਪਿਆਰ ਪਾ ਲਿਆ ਉਹਨੇ, ਤੇ ਮਹਾਰਾਜ ਕਹਿੰਦੇ ਜਾਣਾ ਇੱਥੋਂ। ਕਹਿੰਦਾ ਤੁਸੀਂ ਜਾਓ ਨਾ ਜੀ, ਇੱਥੇ ਹੀ ਰਹੋ, ਜੋ ਕਹੋ ਮੈਂ ਕਰ ਦਾਂਗਾ। ਤੁਹਾਡੇ ਬਿਨਾਂ ਸਾਡਾ ਰਹਿਣਾ ਔਖਾ ਹੈ, ਅਸੰਭਵ ਹੈ। ਤੁਹਾਡੇ ਸਰੀਰ, ਮਹਾਰਾਜ ਕਹਿੰਦੇ ਮੈਂ ਕੋਈ ਸਰੀਰ ਥੋੜ੍ਹਾ, ਜੇ ਮੇਰੇ ਸਰੀਰ ਨਾਲੇ ਤੁਸੀਂ ਜੁੜ ਗਏ ਬਸ ਫਿਰ ਮੂਰਤੀ ਦਾ ਔਰ ਸਾਡੇ ਸਰੀਰ ਦਾ ਫਰਕ ਹੀ ਰਹਿ ਗਿਆ। ਅਸੀਂ ਤਾਂ ਤੁਹਾਨੂੰ ਉਹਦੇ ਨਾਲ ਜੋੜਨ ਆਏ ਆ ਜੋ ਸਰੀਰ ਤੋਂ ਪਾਰ ਹੈ। ਉਹ ਮਹਾਰਾਜ ਉਹ ਕੀ ਹੈ? ਮੇਰਾ ਸਰੂਪ ਗੁਰੂ ਨਾਨਕ ਸਾਹਿਬ ਕਹਿੰਦੇ ਅਸਲੀ ਬਾਣੀ ਹੈ। ਫਿਰ ਜਪਜੀ ਸਾਹਿਬ ਦੀ ਬਾਣੀ, ਹੋਰ ਬਾਣੀਆਂ ਆਪਣੀਆਂ ਉੱਥੇ ਮਹਾਰਾਜ ਨੇ ਲਿਖਵਾਈਆਂ। ਇਸ ਤਰ੍ਹਾਂ
ਤੁਸੀਂ ਜਦੋਂ ਪੜ੍ਹੋਗੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਸੁਲਤਾਨਪੁਰ ਲੋਧੀ ਬਾਹਰਵਾਰ ਜੰਗਲ ਦੇ ਵਿੱਚ ਜਿੱਥੇ ਸੇਵੇ ਸ਼ਮਸ਼ਾਨ ਸਨ ਉੱਥੇ ਬੈਠੇ, ਗੁਰੂ ਨਾਨਕ ਮਹਾਰਾਜ ਜੀ ਦਾ ਇੱਕ ਸਿੱਖ ਸੀ ਭਾਈ ਭਗੀਰਥ ਅਤੇ ਇੱਕ ਮਨਸੁਖ, ਇਹ ਦੋਵੇਂ ਮਹਾਰਾਜ ਜੀ ਕੋਲ ਆਏ। ਇਹਨਾਂ ਦੇ ਵਿੱਚੋਂ ਇੱਕ ਸਿੱਖ ਸੀ ਮਹਾਰਾਜ ਜੀ ਦਾ ਮਨਸੁਖ, ਉਹਨੇ ਮਹਾਰਾਜ ਨੂੰ ਆਖਿਆ, ਕਹਿਣ ਲੱਗਾ ਮਹਾਰਾਜ ਜੀ ਮੈਂ ਵਪਾਰੀ ਹਾਂ, ਜਹਾਜ਼ ਲੈ ਕੇ ਜਾਣਾ ਹੁੰਦਾ, ਮੈਂ ਕਿਵੇਂ ਕਰਾਂ, ਤੁਹਾਡੇ ਦਰਸ਼ਨਾਂ ਬਿਨਾਂ ਬੜਾ ਔਖਾ ਹੈ, ਕੀ ਕਰਿਆ ਕਰਾਂ। ਮਹਾਰਾਜ ਨੇ ਬਾਣੀ ਦੇ ਸ਼ਬਦ ਲਿਖਾਏ ਉਹਨੂੰ, ਕਹਿੰਦੇ ਅਸਲੀ ਸਾਡਾ ਸਰੂਪ ਬਾਣੀ ਹੈ, ਬਾਣੀ ਦਾ ਸ਼ਬਦ ਪੜ੍ਹਿਆ ਕਰੀ ਭਾਈ, ਜਿੰਨੀ ਬਾਣੀ ਪੜ੍ਹੇਗਾ ਤੇ ਅਸੀਂ ਤੇਰੇ ਨਾਲ ਹਾਜ਼ਰ ਨਾਜ਼ਰ ਹੋਵਾਂਗੇ। ਇਉਂ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਆਪਣੇ ਸਿੱਖ ਨੂੰ, ਇਹ ਪਹਿਲਾਂ ਤਾਂ ਬੰਦਾ ਸਰੀਰ ਨਾਲ ਜੁੜਦਾ ਜਿਹੜਾ ਮਰਜ਼ੀ ਹੈ, ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨਾਲੇ ਜੁੜਦੇ ਹਾਂ, ਪ੍ਰਗਟ ਗੁਰਾਂ ਕੀ ਦੇਹ ਦੀ ਗੱਲ ਹੈ, ਪਰ ਜਦੋਂ ਪਹਿਲਾਂ ਦੇਹ ਨਾਲ ਜੁੜਦਾ ਫਿਰ ਦੇਹ ਦੇ ਅੰਦਰ ਜੋ ਸ਼ਬਦ ਹੈ ਉਹਦੇ ਨਾਲ ਜੁੜਦਾ ਹੈ, ਸ਼ਬਦ ਸੁਰਤ ਨਾਲ, ਕਿਉਂਕਿ ਸ਼ਬਦ ਗੁਰੂ ਜਿੱਥੇ ਹੈ ਉੱਥੇ ਚੇਲਾ ਵੀ ਸੁਰਤ ਹੈ, ਸੁਰਤ ਧੁਨ ਚੇਲਾ। ਸਰੀਰ ਦਾ ਗੁਰੂ ਤੇ ਸਰੀਰ ਹੈ, ਸਾਡਾ ਗੁਰੂ ਪੰਜ ਪਿਆਰੇ ਹੈ, ਸਰੀਰ ਦੇ ਗੁਰੂ। ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ ਪੰਜ ਪਿਆਰੇ ਗੁਰੂ ਰੂਪ ਹੈ ਨਹੀਂ ਉੱਥੇ ਸਾਡੇ ਸਰੀਰ ਨੂੰ, ਪਰ ਸਾਡੀ ਸੁਰਤ ਦਾ ਗੁਰੂ ਉੱਥੇ ਫਿਰ ਗੁਰੂ ਗ੍ਰੰਥ ਸਾਹਿਬ ਹੈ, ਜਿਹਨੂੰ ਗੁਰੂ ਦਾ ਗਿਆਨ, ਗੁਰਬਾਣੀ ਦਾ ਗਿਆਨ, ਇਕੱਲਾ ਗਿਆਨ ਗੁਰੂ ਨਹੀਂ ਆ, ਭੁਲੇਖਾ ਹੀ ਆ। ਗਿਆਨ ਤੇ ਸਬਜੈਕਟਿਵ ਹੈ, ਹਰੇਕ ਚੀਜ਼ ਦਾ ਗਿਆਨ ਹੈ, ਇਹ ਗੁਰੂ ਨਹੀਂ। ਗੁਰਬਾਣੀ ਦਾ ਗਿਆਨ ਹੈ ਜਿਹੜਾ ਗੁਰੂ ਦਾ ਦਿੱਤਾ ਗਿਆਨ ਹੈ, ਸੁਰਤ ਨੂੰ ਮਾਰਗ ਦੱਸੇਗਾ। ਔਰ ਸਰੀਰ ਨੇ, ਸਰੀਰ ਦੇ ਅੱਗੇ ਜੋ ਗੁਰੂ ਦਾ ਸਰੀਰ ਹੈ ਖਾਲਸਾ ਪੰਥ ਅਤੇ ਗੁਰੂ ਗ੍ਰੰਥ ਸਾਹਿਬ, ਇਹ ਮਹਾਰਾਜ ਜੀ ਦਾ ਕਹਿ ਲਓ ਕਿ ਗੁਰੂ ਕਾ ਸਿੱਖ ਜਿਹੜਾ ਵੀ ਹੈ ਉਹ ਆਪਣਾ ਸਿਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕਾਏਗਾ। ਅਸੀਂ ਕਿਸੇ ਹੋਰ ਦੇਹਧਾਰੀ ਦੇ ਜਾਂ ਕਿਸੇ ਹੋਰ ਮੂਰਤੀ ਇਤਿਆਦਿਕ ਦੇ ਪੂਜਕ ਨਹੀਂ ਹਾਂ। ਸਾਨੂੰ ਗੁਰੂ ਜੀ ਨੇ ਸਰੀਰਕ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਖਾਲਸਾ ਪੰਥ ਦੇ ਨਿਯਮਾਂ ਵਿੱਚ ਬੰਨ੍ਹ ਦਿੱਤਾ, ਔਰ ਸੁਰਤੀ ਦਾ ਮਾਰਗ ਹੈ ਜਿਹੜਾ ਗੁਰੂ ਸ਼ਬਦ ਦੀ ਵਿਚਾਰ ਹੈ ਸਾਧ ਸੰਗਤ, ਅਤੇ ਉਹ ਜਿਹੜੀ ਗੁਰੂ ਸ਼ਬਦ ਦੀ ਵਿਚਾਰ ਦੀ ਗੱਲ ਹੈ ਉੱਥੇ ਫਿਰ ਵਰਨਾ ਚਿਹਨਾ ਬਾਹਰਾ ਹੈ, ਉੱਥੇ ਫਿਰ ਉਹਦਾ ਕਿਹੜਾ ਰੰਗ ਦੱਸੋਗੇ, ਕਿਹੜਾ ਸਾਧ ਸੰਗਤ ਜੀ ਚਿੰਨ੍ਹ ਦੱਸੋਗੇ, ਰੰਗਾਂ ਤੋਂ ਚਿੰਨ੍ਹਾਂ ਤੋਂ ਬਾਹਰ ਪਰਮਾਤਮਾ ਨੂੰ ਦੱਸਿਆ ਹੈ। ਲੇਖੇ ਵਾਜ ਅਲੱਖ, ਜਿੰਨਾ ਮਰਜ਼ੀ ਲਿਖੀ ਜਾਓ, ਜਿੰਨਾ ਮਰਜ਼ੀ ਲਿਖੀ ਜਾਓ, ਪਰ ਲਿਖਦਿਆਂ ਕਾਗਜ਼ ਮੁੱਕ ਜਾਏਗਾ, ਕਲਮ ਘਸ ਜਾਏਗੀ, ਸ਼ਾਹੀ ਮੁੱਕ ਜਾਏਗੀ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਕਿਉਂ ਮਹਾਰਾਜ ਜੀ, ਕਿਉਂ ਕਥੀ ਹੈ, ਕਿਉਂ ਆਖੀ ਹੈ। ਮਹਾਰਾਜ ਕਹਿੰਦੇ ਜੇ ਕਥਨਾ ਵੀ ਚਾਹੀਏ ਕਿਵੇਂ ਕਥੀਏ, ਕਿਉਂ ਆਖੀ ਹੈ, ਕਿਵੇਂ ਆਖੀਏ, ਆਖਿਆ ਹੀ ਨਹੀਂ ਜਾ ਸਕਦਾ। ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਬਥੇਰੀਆਂ ਕਥਾਵਾਂ ਉਹਦੀਆਂ ਹੋ ਗਈਆਂ, ਵੱਖੋ ਵੱਖਰੇ ਰੰਗਾਂ 'ਚ, ਰੂਪਾਂ 'ਚ, ਤਰੀਕਿਆਂ ਨਾਲ, ਢੰਗਾਂ ਨਾਲ ਲੋਕੀ ਕਰ ਰਹੇ ਆ। ਮਹਾਰਾਜ ਕਹਿੰਦੇ ਹੈ ਭਾਈ ਗੁਰਮੁਖੋ ਕਿਉਂ ਕਥੀ ਹੈ, ਕਿਉਂ ਆਖੀ ਹੈ। ਬਹੁਤ ਲੋਕ ਆਖ ਰਹੇ, ਪਰ ਮਹਾਰਾਜ ਕਹਿੰਦੇ ਕਿਵੇਂ ਆਖੀਏ। ਜਾਪੈ ਸੱਚੋ ਸੱਚ, ਉਹਦਾ ਅਸਲ ਸ਼ਬਦ ਤਾਂ ਇਹ ਹੈ ਕਿ ਉਹ ਸੱਚੋ ਸੱਚ ਹੈ, ਬਸ। ਆਦ ਸੱਚ ਜੁਗਾਦ ਸੱਚ, ਸੱਚ ਹੀ ਸੱਚ ਹੈ। ਕਰਨਾ ਕਥਨਾ ਕਾਰ ਸਭ, ਨਾਨਕ ਆਪ ਅਕਥ। ਕਰਨਾ ਕਥਨਾ ਕਾਰ ਸਭ, ਕਰਨਾ ਜੋ ਕੀਤਾ ਹੋਇਆ ਸੰਸਾਰ ਜਗਤ ਹੈ, ਕਥਨਾ ਕਾਰ ਸਭ, ਇਹ ਕਥਨੀ ਕਾਰ ਕਰਦਾ ਹੈ, ਕਥਨ ਦੀ। ਇਹ ਪਰਮਾਤਮਾ ਵਾਹਿਗੁਰੂ ਦੀ ਕਥਾ ਕਰਦਾ, ਉਹ ਇੱਦਾਂ ਦਾ ਹੈ, ਇੱਦਾਂ ਦਾ ਹੈ, ਇੱਦਾਂ ਦਾ ਹੈ, ਗਾਉਂਦਾ ਗੁਣ, ਬਹੁਤ ਗੁਣ ਗਾਉਂਦਾ। ਪਰ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਪਰਮਾਤਮਾ ਦੇ ਬਹੁਤ ਗੁਣ ਗਾਏ। ਜਿੰਨੇ ਪਰਮਾਤਮਾ ਦੇ ਗੁਣਾਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਂਦੀ ਹੈ, ਸ਼ਾਇਦ ਹੀ ਕੋਈ ਦੁਨੀਆ ਦੇ ਵਿੱਚ ਐਸਾ ਹੋਰ ਗ੍ਰੰਥ ਹੋਵੇ ਜਿਹਦੇ ਵਿੱਚ ਪਰਮਾਤਮਾ ਵਾਹਿਗੁਰੂ ਦੀ ਸਿਫਤ ਸਲਾਹ ਦੀ ਗੱਲ ਆਉਂਦੀ ਹੋਵੇ ਇੰਨੀ ਜ਼ਿਆਦਾ। ਪਰ ਸਾਰਾ ਕੁਝ ਕਹਿ ਕੇ ਵੀ ਮਹਾਰਾਜ ਜੀ ਨੇ ਇਹ ਨਹੀਂ ਆਖਿਆ ਵੀ ਲਓ ਜੀ ਮੁਕੰਮਲ ਗਾ ਦਿੱਤੇ, ਇੱਦੋਂ ਪਰੇ ਕੁਛ ਨਹੀਂ। ਮਹਾਰਾਜ ਨੇ ਆਖਿਆ ਹਮ ਕਿਆ ਗੁਣ ਤੇਰੇ ਬਿਥਰੈ ਸੁਆਮੀ, ਤੂੰ ਅਪਰ ਅਪਾਰੋ ਰਾਮ ਰਾਜੇ। ਹੇ ਮੇਰੇ ਵਾਹਿਗੁਰੂ, ਹੇ ਸੁਆਮੀ, ਤੇਰੇ ਕਿੰਨੇ ਕੁ ਗੁਣ ਗਾ ਸਕਦੇ ਹਾਂ, ਤੂੰ ਤੇ ਪਰੇ ਤੋਂ ਪਰੇ ਹੈ। ਬਹੁਤ ਗੁਣ ਗਾਏ,
ਸ਼ਾਇਦ ਤੇ ਕੋਈ ਦੁਨੀਆ ਦੇ ਵਿੱਚ ਐਸਾ ਰਹਿਬਰ, ਐਸਾ ਪੀਰ, ਪੈਗੰਬਰ ਜਾਂ ਗੁਰੂ ਅਵਤਾਰ ਆਇਆ ਹੋਵੇ ਜਿਸ ਨੇ ਇੰਨੇ ਗੁਣ ਗਾਏ ਹੋਣ। ਪਰ ਗੁਰੂ ਜੀ ਨੇ ਇੰਨੇ ਗੁਣ ਗਾ ਕੇ ਵੀ ਆਖਿਆ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਇਸ ਲਈ ਮਹਾਰਾਜ ਕਹਿੰਦੇ ਸਭ ਨਾਨਕ, ਜਿਹੜੇ ਜਿੰਨੇ ਵੀ ਲੋਕ ਹਨ ਕਰਨ ਵਾਲੇ ਉਹਦੀ ਕਥਾ, ਆਪ ਅਕਥ, ਮਹਾਰਾਜ ਕਹਿੰਦੇ ਕਹਿਣ ਵਾਲੇ ਉਹਦੀ ਕਥਾ ਕਹੀ ਜਾਂਦੇ, ਉਹਦੇ ਗੁਣ ਗਾਈ ਜਾਂਦੇ, ਪਰ ਉਹ ਵਾਹਿਗੁਰੂ ਅਕਥ ਹੈ, ਮੁੱਕਣੀ ਨਹੀਂ ਉਹਦੀ ਕਥਾ। ਕੋਈ ਆਖੇ ਵੀ ਖਤਮ ਹੋ ਗਈ। ਵੱਡੇ ਤੋਂ ਵੱਡੇ ਵਿਦਵਾਨ, ਵੱਡੇ ਤੋਂ ਵੱਡੇ ਫਿਲਾਸਫਰ, ਵੱਡੇ ਤੋਂ ਵੱਡੇ ਮਹਾਤਮਾ, ਸੰਤ, ਗੁਰਮੁਖ ਜਨ ਆਏ, ਬ੍ਰਹਮ ਗਿਆਨੀ ਜਿਨ੍ਹਾਂ ਨੂੰ ਕਿਹਾ ਉਹ ਆਏ, ਰਿਸ਼ੀ ਮੁਨੀ ਆਏ, ਬਹੁਤ ਸਾਰੇ ਗ੍ਰੰਥ ਸ਼ਾਸਤਰ ਲਿਖੇ ਗਏ, ਪਰ ਕੀ ਅੰਤ ਪਾ ਲਿਆ? ਪੂਰੀ ਹੋ ਗਈ ਉਹਦੀ ਕਥਾ? ਨਾ, ਮਹਾਰਾਜ ਕਹਿੰਦੇ ਅਕਥ ਹੈ। ਫਿਰ ਕੀ ਕਰੀਏ ਜੀ? ਹੁਣ ਛੱਡ ਦਈਏ ਜੀ ਅਕਥ ਹੈ ਕਹਿ ਕੇ ਵੀ ਚਲੋ ਜੀ ਕਥਿਆ ਨਹੀਂ ਜਾਂਦਾ, ਛੱਡੋ ਜੀ। ਮਹਾਰਾਜ ਕਹਿੰਦੇ ਨਹੀਂ, ਅਕਥ ਕੀ ਕਥਾ ਸੁਣੇ, ਅਕਥ ਵਾਹਿਗੁਰੂ ਦੀ ਕਥਾ ਸੁਣੋ। ਉਹ ਅਕਥ ਹੈ, ਉਹਦੀ ਵੀ ਕਥਾ ਸੁਣੋ। ਥੋੜ੍ਹੇ ਥੋੜ੍ਹੇ ਜਿੰਨੀ ਜਿੰਨੀ ਕੁ ਸਮਝ ਪੈਂਦੀ ਬੁੱਧੀ ਅਨੁਸਾਰ, ਤਿਉਂ ਤਿਉਂ ਦੇ ਗੁਣ ਗਾਈ ਚੱਲੋ, ਗਾਈ ਚੱਲੋ। ਸਾਰਾ ਕੁਝ ਤਾਂ ਅਸੀਂ ਜਾਣ ਨਹੀਂ ਸਕਦੇ, ਪਰ ਜਿੰਨੀ ਕੁ ਸਮਝ ਪੈਂਦੀ ਓਨਾ ਕੁ ਜਾਣੀ ਚੱਲੋ। ਰਿੱਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ। ਮਹਾਰਾਜ ਕਹਿੰਦੇ ਰਿੱਧ ਬੁੱਧ ਸਿੱਧ ਗਿਆਨ, ਉਹਦੀ ਕਥਾ ਸੁਣਨ ਦੇ ਨਾਲ ਰਿੱਧੀਆਂ ਸਿੱਧੀਆਂ, ਬੁੱਧੀ ਵਿਵੇਕ ਬੁੱਧੀ, ਗਿਆਨ, ਸਾਰੇ ਤਰ੍ਹਾਂ ਦਾ ਹੀ ਗਿਆਨ, ਗੁਪਤ ਪ੍ਰਗਟ ਜਿੰਨਾ ਵੀ ਗਿਆਨ ਹੈ ਮਹਾਰਾਜ ਕਹਿੰਦੇ ਪ੍ਰਗਟ ਹੁੰਦਾ ਹੈ। ਰਿੱਧ ਬੁੱਧ ਸਿੱਧ, ਰਿੱਧੀ ਸਿੱਧੀ ਇਤਿਆਦਿਕ ਦਾ ਜੇ ਬਹੁਤਾ ਪੜ੍ਹਨਾ ਹੋਵੇ ਮਹਾਨ ਕੋਸ਼ ਵਿੱਚ ਪੜ੍ਹ ਲਿਓ। ਮਹਾਰਾਜ ਕਹਿੰਦੇ ਰਿੱਧੀਆਂ ਵੀ, ਖਜ਼ਾਨੇ ਵੀ, ਸਿੱਧੀਆਂ ਵੀ, ਜਿੰਨੇ ਵੀ ਸਿੱਧੀਆਂ ਹਨ, ਰਿੱਧੀ ਸਿੱਧੀ 9 ਨਿੱਧੀ 18 ਸਿੱਧੀ ਔਰ 12 ਰਿੱਧੀਆਂ, ਇੱਦਾਂ ਮੰਨਦੇ ਹਨ। ਮਹਾਰਾਜ ਕਹਿੰਦੇ ਜਿੰਨੇ ਵੀ ਰਿੱਧੀਆਂ ਸਿੱਧੀਆਂ ਹਨ ਜਾਂ ਬੁੱਧ, ਜਿੰਨਾ ਵੀ ਗਿਆਨ ਹੈ, ਇਹ ਪਰਮਾਤਮਾ ਦੀ ਕਥਾ ਵਿੱਚੋਂ ਆ ਜਾਂਦਾ ਹੈ। ਅਤੇ ਉਹਦੀ ਪਰਮਾਤਮਾ ਅਕਥ ਦੀ ਕਥਾ ਸੁਣਨ ਦੇ ਨਾਲ, ਕਰਨ ਦੇ ਨਾਲ ਸਦਾ ਸੁਖ ਹੋਏ। ਮਹਾਰਾਜ ਜੀ ਕਹਿੰਦੇ ਸਦੀਵੀ ਸੁਖ ਮਿਲਦਾ ਹੈ ਭਾਈ, ਐਸਾ ਸੁਖ ਮਿਲਦਾ ਹੈ ਜਿਹੜਾ ਖਤਮ ਨਹੀਂ ਹੁੰਦਾ। ਜਿਹੜਾ ਸੁਖ ਸਾਡੇ ਕੋਲ ਹੈ ਇਹ ਸੁਖ, ਇਹ ਸਦੀਵੀ ਸੁਖ ਨਹੀਂ ਹੈ। ਜੇ ਸਦੀਵੀ ਸੁਖ ਚਾਹੁੰਦੇ ਹਾਂ ਤਾਂ ਪਰਮਾਤਮਾ ਦੇ ਨਾਮ 'ਚੋਂ ਮਿਲੇਗਾ। ਜੋ ਸੁਖ ਕਉ ਚਾਹੇ ਸਦਾ, ਸਰਨ ਰਾਮ ਕੀ ਲੈ। ਗੁਰੂ ਤੇਗ ਬਹਾਦਰ ਜੀ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਅਬਨਾਸੀ ਖੇਮ ਚਾਹ ਹੈ ਜੇ ਨਾਨਕ, ਸਦਾ ਸਿਮਰ ਨਾਰਾਇਣ। ਸਦੀਵੀ ਸੁਖ ਉਹਦੇ ਨਾਮ 'ਚੋਂ ਹੈ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਗਲਾ ਸ਼ਲੋਕ ਆਰੰਭ ਹੁੰਦਾ ਹੈ, ਜਿਹਦੇ ਵਿੱਚ ਕਹਿੰਦੇ ਹਨ ਅਜਰ ਜਰੈ। ਕਹਿੰਦੇ ਅਜਰ ਜਰੈ ਤਾਂ 9 ਕੁਲ ਬੰਦ। ਜੇਕਰ ਅਜਰ ਜੋ ਨਾ ਜਰੇ ਜਾਣ ਵਾਲੇ ਕਾਮ ਕ੍ਰੋਧ ਇਤਿਆਦਿਕ ਹਨ ਜਿਹੜੇ, ਇਹਨਾਂ ਦੀ ਮਾਰ ਝੱਲੀ ਨਹੀਂ ਜਾਂਦੀ ਵੈਸੇ ਆਮ ਤੌਰ 'ਤੇ ਜੀਵ ਤੋਂ। ਪਰ ਜਦੋਂ ਕੋਈ ਪਰਮਾਤਮਾ ਦੀ ਅਕਥ ਦੀ ਕਥਾ ਸੁਣਦਾ ਹੈ ਤੇ ਫਿਰ ਇਹ ਨਾ ਜਰੇ ਜਾਣ ਵਾਲੇ ਇਹਨਾਂ ਵਿਕਾਰਾਂ ਦੇ ਹਮਲੇ ਨੂੰ ਵੀ ਜਰ ਜਾਂਦਾ ਹੈ। ਫਿਰ ਕੀ ਹੁੰਦਾ? ਤਾਂ 9 ਕੁਲ ਬੰਦ, ਤੇ 9ਵੇਂ ਗੋਲਕਾਂ 9 ਦਰਵਾਜ਼ੇ ਆ ਜਿਹੜੇ, ਇਹਨਾਂ ਤੇ ਬੰਨ ਪਾ ਲੈਂਦਾ ਹੈ। ਭਾਵ ਇਹਨਾਂ ਦੇ ਉੱਤੇ ਉਹ ਸਾਧ ਸੰਗਤ ਜੀ ਪਹਿਰੇਦਾਰ ਹੋ ਕੇ ਖੜ ਜਾਂਦਾ, ਜਿਹਨੂੰ ਭਗਤ ਕਬੀਰ ਜੀ ਕਹਿੰਦੇ ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ, ਮੂੰਦਲੀਏ ਦਰਵਾਜ਼ੇ ਵਾਜੀ ਵਾਲੇ ਅਨਹਦ ਵਾਜੇ। ਜਿਹੜੇ ਗੋਲਕਾਂ ਦੇ ਰਾਹੀਂ, 9 ਦਰਵਾਜ਼ਿਆਂ ਦੇ ਰਾਹੀਂ ਜਾਂ 5 ਗਿਆਨ ਇੰਦਰੀਆਂ ਦੇ ਰਾਹੀਂ ਅੰਦਰ ਚੋਰ, ਅੰਦਰ ਕਾਮ ਕ੍ਰੋਧ ਲੋਭ ਮੋਹ ਇਤਿਆਦਿਕ ਵੜਦੇ ਸਨ, ਕਹਿੰਦੇ ਗੁਰਮੁਖ ਫਿਰ ਉਹਨਾਂ ਨੂੰ ਗੋਲਕਾਂ ਨੂੰ ਬੰਦ ਕਰ ਲੈਂਦਾ, ਉਹਨਾਂ 'ਤੇ ਪਹਿਰੇਦਾਰ ਹੋ ਕੇ ਖੜ ਜਾਂਦਾ ਹੈ। ਅਜਰ ਜਰੈ ਤਾਂ 9 ਕੁਲ ਬੰਦ। ਇਹ 9 ਦੁਆਰੇ, ਇਹਨਾਂ ਨੂੰ ਰੋਕਣਾ ਸੌਖਾ ਨਹੀਂ ਹੈ। ਇਹਨਾਂ 9ਾਂ ਦੀ ਭੁੱਖੇ ਨਹੀਂ ਮੁੱਕਦੀ ਬੰਦੇ ਨੂੰ, ਇਹਨਾਂ ਦੀਆਂ ਜ਼ਰੂਰਤਾਂ ਹੀ ਬੰਦੇ ਨੂੰ ਲਈ ਬੈਠੀਆਂ। ਅਤੇ ਮਹਾਰਾਜ ਕਹਿੰਦੇ ਪਰ ਜਦੋਂ ਕਿਤੇ
ਅਜਰ ਨੂੰ ਜਰ ਜਾਏ, ਨਾ ਜਰੇ ਜਾਣ ਵਾਲਾ ਪਰਮਾਤਮਾ ਦਾ ਨਾਮ ਹੈ, ਜਿਹੜੀ ਬੜੀ ਤਾਕਤ ਵਾਲਾ ਹੈ। ਜਦੋਂ ਕਿਤੇ ਹਿਰਦੇ 'ਚ ਉਹਨੂੰ ਟਿਕਾ ਲਏ ਤੇ ਮਹਾਰਾਜ ਕਹਿੰਦੇ ਫਿਰ 9 ਦੇ 9 ਦਰਵਾਜ਼ਿਆਂ ਨੂੰ ਬੰਨ੍ਹ ਵੀ ਲੈਂਦਾ ਬੰਦਾ। ਪੂਜਾ ਪ੍ਰਾਣ ਹੋਵੇ ਥਿਰ ਕੰਧ, ਫਿਰ ਪ੍ਰਮਾਤਮਾ ਵਾਹਿਗੁਰੂ ਨੂੰ ਆਪਣੇ ਪ੍ਰਾਣਾਂ ਦੇ ਨਾਲ ਪੂਜਣ ਲੱਗ ਜਾਂਦਾ ਹੈ। ਹਰੇਕ ਸਵਾਸ ਦੇ ਨਾਲ ਉਸ ਵਾਹਿਗੁਰੂ ਦੀ ਪੂਜਾ ਸਿਮਰਨ ਕਰਦਾ। ਪੂਜੋ ਰਾਮ ਏਕ ਹੀ ਦੇਵਾ, ਫਿਰ ਸਵਾਸ ਸਵਾਸ ਸਿਮਰਨ ਕਰਦਾ ਹੈ। ਹੋਵੇ ਥਿਰ ਕੰਧ, ਮਹਾਰਾਜ ਕਹਿੰਦੇ ਇਹ ਕੰਧ, ਇਹ ਸਰੀਰ, ਇਹਦੇ ਵੱਲੋਂ ਥਿਰਤਾ ਹੋ ਜਾਂਦੀ, ਟਿਕ ਜਾਂਦਾ। ਭਾਵ ਮੁੜ ਮੁੜ ਕੇ ਸਰੀਰਾਂ 'ਚ ਨਹੀਂ ਆਉਣਾ ਪੈਂਦਾ, ਕਦੇ ਕਿਸੇ ਸਰੀਰ ਵਿੱਚ ਕਦੇ ਕਿਸੇ ਸਰੀਰ ਵਿੱਚ ਜੀਵ ਨੂੰ ਭਟਕਣਾ ਨਹੀਂ ਪੈਂਦਾ ਹੈ। ਹੋਵੇ ਥਿਰ ਕੰਧ, ਇਹਨੂੰ ਕੰਧਾ ਮਿਲ ਜਾਂਦਾ ਹੈ, ਇਹਨੂੰ ਸਹਾਰਾ ਮਿਲ ਜਾਂਦਾ ਹੈ, ਥਿਰ ਹੋ ਜਾਂਦਾ ਹੈ, ਮਨ ਕਰਕੇ ਟਿਕ ਜਾਂਦਾ ਹੈ, ਫਿਰ ਡੋਲਦਾ ਨਹੀਂ। ਫਿਰ ਜਿਹੜੀ ਅਵਸਥਾ ਗੁਰੂ ਜੀ ਦੀ ਲਿਆਉਣੀ ਚਾਹੁੰਦੇ, ਜਿਹਨੂੰ ਕਹਿੰਦੇ ਡਗਮਗ ਛਾੜ ਰੇ ਮਨ ਬੌਰਾ, ਫਿਰ ਇਹ ਡਗਮਗਾਣਾ ਛੱਡ ਦਿੰਦਾ ਹੈ। ਫਿਰ ਇਹ ਕਹਿ ਦਿੰਦਾ ਹੈ ਮਨ ਕਿਉਂ ਬੈਰਾਗ ਕਰੇਗਾ ਜਦ ਸਤਿਗੁਰ ਮੇਰਾ ਪੂਰਾ। ਫਿਰ ਇਹ ਡੋਲਦਾ ਨਹੀਂ। ਕਹਾਂ ਤੇ ਆਇਆ ਕਹਾਂ ਇਹੋ ਜਾਣ, ਕਿੱਥੋਂ ਜੀਵ ਆਇਆ ਹੈ, ਕਿੱਥੇ ਨੂੰ ਇਹਨੇ ਜਾਣਾ ਹੈ, ਇਹ ਗੱਲ ਦੀ ਇਹਨੂੰ ਸੋਝੀ ਹੋ ਜਾਂਦੀ ਹੈ। ਜੀਵਤ ਮਰਤਰ ਹੈ ਪ੍ਰਵਾਨ, ਜਦੋਂ ਪ੍ਰਵਾਨ ਹੋ ਜਾਂਦਾ ਹੈ ਗੁਰੂ ਨੂੰ, ਫਿਰ ਜੀਵਨ ਅਤੇ ਮਰਨ ਵੱਲੋਂ ਉੱਤੇ ਉੱਠ ਜਾਂਦਾ ਹੈ। ਫਿਰ ਜੰਮਣ ਮਰਨ ਦੇ ਜਿਹੜੇ ਚੱਕਰ ਨੇ ਉਹ ਤੋਂ ਬਚ ਜਾਂਦਾ ਹੈ। ਹੁਕਮੈ ਬੂਝੈ ਤਤ ਪਛਾਣੈ, ਪਰ ਕਿੱਦਾਂ ਜੀ? ਕਹਿੰਦੇ ਜਦੋਂ ਗੁਰੂ ਦੇ ਹੁਕਮ ਵਿੱਚ ਚੱਲਦਾ ਹੈ, ਪਰਮਾਤਮਾ ਦੇ ਹੁਕਮ ਦੀ ਇਹਨੂੰ ਸਮਝ ਪੈ ਜਾਂਦੀ ਹੈ, ਫਿਰ ਤੱਤ ਦੀ ਪਹਿਚਾਣ ਕਰਦਾ ਹੈ। ਇਹ ਸਰੀਰ ਤੋਂ ਬਾਹਰੀ ਸਥੂਲ ਸਰੀਰ ਤੋਂ, ਫਿਰ ਅੰਦਰ ਜਿਹੜਾ ਸੂਖਸ਼ਮ ਸਰੀਰ ਹੈ ਉਹ ਤੋਂ ਪਾਰ ਜੋ ਜੋਤੀ ਸਰੂਪ ਤੱਤਵ ਹੈ, ਜੋ ਇਸ ਗਿਆਨ ਇੰਦਰੀਆਂ ਨੂੰ ਕਰਮ ਇੰਦਰੀਆਂ ਨੂੰ ਚਲਾ ਰਿਹਾ ਹੈ, ਉਹਦੇ ਤੱਕ ਇਹਦੀ ਪਹੁੰਚ ਹੋ ਜਾਂਦੀ ਹੈ। ਪਰ ਕਿੱਦਾਂ ਜੀ? ਕਹਿੰਦੇ ਇਹੋ ਪ੍ਰਸਾਦ ਗੁਰੂ ਤੇ ਜਾਣੈ, ਇਹ ਗੁਰੂ ਦੀ ਪ੍ਰਸਾਦ, ਗੁਰੂ ਦੀ ਕਿਰਪਾ ਤੋਂ ਜਾਣ ਸਕਦਾ ਹੈ। ਉੱਦਾਂ ਨਹੀਂ ਸਮਝ ਪੈਂਦੀ, ਉੱਦਾਂ ਤੇ ਮਨ ਕਰੇ ਇਹਨਾਂ ਚੀਜ਼ਾਂ ਦੇ ਵਿਰੋਧ 'ਚ ਹੀ ਖੜ ਜਾਵੇ। ਪਰ ਜਦੋਂ ਗੁਰੂ ਦੀ ਗੱਲ ਮੰਨਦਾ ਹੈ, ਸੁਣਦਾ ਹੈ, ਤੇ ਇਹਨੂੰ ਪਤਾ ਲੱਗਦਾ ਵੀ ਇਸ ਸਰੀਰ ਦੇ ਅੰਦਰ ਵੀ ਕੋਈ ਹੋਰ ਖੇਡ ਚੀਜ਼ ਹੈ, ਹੋਰ ਹੈ ਕੋਈ ਸੂਖਸ਼ਮ ਸਰੀਰ ਵੀ ਹੈ, ਸੂਖਸ਼ਮ ਸਰੀਰ ਤੋਂ ਪਾਰ ਵੀ ਕੋਈ ਹੈ। ਸੂਖਸ਼ਮ ਸਰੀਰ ਸੁਪਨੇ 'ਚ ਕੰਮ ਕਰਦਾ, ਪਰ ਸੁਪਨਿਆਂ ਨੂੰ ਵੀ ਜਿਹੜਾ ਦੇਖਦਾ ਉਹ ਕੌਣ ਹੈ? ਜਿਹੜਾ ਸਵੇਰੇ ਉੱਠ ਕੇ ਕਹਿੰਦਾ ਮੈਂ ਆਹ ਸੁਪਨਾ ਦੇਖਿਆ, ਆਹ ਕੁਝ ਹੋਇਆ, ਉਹ ਕੌਣ ਹੈ? ਕਹਿੰਦੇ ਉਹ ਪ੍ਰਸਾਦ ਗੁਰੂ ਤੇ ਜਾਣਾ, ਗੁਰੂ ਦੀ ਕਿਰਪਾ ਨਾਲ ਉਹ ਜਾਣਦਾ ਵੀ ਤਿੰਨ ਅਵਸਥਾ ਜਾਗਰਤ ਸੁਪਨ ਸੁਖੋਪਤ, ਇਹਨਾਂ ਤੋਂ ਪਾਰ ਵੀ ਕੋਈ ਹੈ। ਹੁੰਦਾ ਫੜੀਅਗ ਨਾਨਕ ਜਾਣ, ਗੁਰੂ ਜੀ ਕਹਿੰਦੇ ਜਿੰਨਾ ਸਮਾਂ ਇਹਦੇ ਅੰਦਰ ਆਪਣੀ ਹੋਂਦ ਹਸਤੀ ਹੈ ਹਉਮੈ ਦੀ, ਉਹਨਾਂ ਸਮਾਂ ਜਮਾ ਕੋਲ ਫੜਿਆ ਜਾਏਗਾ, ਮਾਰਾਂ ਪੈਣਗੀਆਂ। ਨਾਨਕ ਜਾਣ, ਗੁਰੂ ਨਾਨਕ ਜੀ ਕਹਿ ਰਹੇ ਹਨ। ਨਾਹਉ ਨਾ ਮੈਂ ਜੂਨੀ ਪਾਣ, ਕਹਿੰਦੇ ਅਸਲ ਤੇ ਗੁਰੂ ਦੀ ਕਿਰਪਾ ਨਾਲ ਪਤਾ ਲੱਗਦਾ ਹੈ ਨਾ ਮੇਰੀ ਹਸਤੀ ਹੈ, ਨਾ ਹਉ ਮੈਂ ਕੁਛ ਹਾਂ, ਨਾ ਮੈਂ, ਨਾ ਮੇਰੀ ਹਉ, ਨਾ ਮੇਰੀ ਹੰਗਤਾ ਹੈ, ਨਾ ਮੈਂ ਕੁਝ ਹਾਂ, ਮੇਰਾ ਸਰੀਰ ਵੀ ਕੁਝ ਨਹੀਂ। ਜਿੰਨਾ ਸਮਾਂ ਬੰਦਾ ਇਸ ਚੀਜ਼ ਨੂੰ ਨਹੀਂ ਜਾਣਦਾ, ਉਹਨਾਂ ਸਮਾਂ ਤੇ ਜੂਨੀਆਂ 'ਚ ਪੈਂਦਾ ਹੈ। ਪਰ ਜਦੋਂ ਜਾਣਦਾ ਹੈ ਕਿ ਨਾ ਮੈਂ ਕੁਛ ਹਾਂ, ਹਉਮੈ ਮੇਰੀ ਕੁਝ ਹੈ, ਨਾ ਮੈਂ ਸਰੀਰ ਕਰਕੇ ਕੁਝ ਹਾਂ, ਫਿਰ ਜੂਨੀ ਪਾਣ, ਫਿਰ ਉਹ ਸਾਧ ਸੰਗਤ ਜੀ ਜੂਨੀਆਂ 'ਚ ਨਹੀਂ ਪੈਂਦਾ ਹੈ। ਪੌੜੀ ਪੌੜੀ ਵਿੱਚ ਸਮਝਾ ਰਹੇ, ਪੜ੍ਹੀਆ ਨਾਮ ਸਾਲਾਹਾ ਹੋਰ ਬੁੱਧੀ ਮਿਥਿਆ, ਕਹਿੰਦੇ ਨਾਮ ਪੜ੍ਹੋ, ਨਾਮ ਜਪੋ, ਹੋਰ ਜਿੰਨੀ ਵੀ ਬੁੱਧੀ ਹੈ ਉਹ ਸਭ ਮਿਥਿਆ ਹੈ ਨਾਮ ਤੋਂ ਬਿਨਾਂ। ਬਿਨ ਸੱਚੇ ਵਪਾਰ ਜਨਮ ਬਿਰਥਿਆ, ਸੱਚੇ ਨਾਮ ਦੇ ਵਪਾਰ ਤੋਂ ਬਿਨਾਂ ਜਨਮ ਦੇ ਵਿੱਚ ਜੋ ਕੁਝ ਵੀ ਜੀਵ ਕਰਦਾ ਸਭ ਵਿਅਰਥ ਹੈ। ਅੰਤ ਨਾ ਪਾਰਾਵਾਰ ਨਾ ਕਿਨਹੀ ਪਾਇਆ, ਵਾਹਿਗੁਰੂ ਦਾ ਅੰਤ ਨਹੀਂ, ਉਹਦੇ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਉਰਲਾ ਪਰਲਾ ਕਿਨਾਰਾ, ਅੰਤ ਕਿਸੇ ਨਹੀਂ ਅੱਜ ਤੱਕ ਪਾਇਆ। ਸਭ ਜਗ ਗਰਭ ਗੁਬਾਰ ਤਿਨ ਸੱਚ ਨਾ ਪਾਇਆ, ਜਗ ਦੇ ਲੋਕੀ ਗਰਭ ਅਹੰਕਾਰ ਵਿੱਚ, ਗੁਬਾਰ ਹਨੇਰੇ ਵਿੱਚ, ਅਗਿਆਨਤਾ ਵਿੱਚ ਭਟਕ ਰਹੇ ਹਨ। ਤਿੰਨ ਸੱਚ ਨਾ ਪਾਇਆ, ਉਹਨਾਂ ਨੂੰ ਸੱਚ ਪਾਉਂਦਾ ਨਹੀਂ, ਤਾਂ ਕਰਕੇ ਸੱਚ ਦੇ ਨੇੜੇ ਨਹੀਂ। ਜੇ ਸੱਚ ਉਹਨਾਂ ਨੂੰ ਦੱਸੋ ਸੁਣਦੇ ਨਹੀਂ, ਵਿਰੋਧ ਕਰਦੇ ਹਨ। ਮਹਾਰਾਜ ਕਹਿੰਦੇ ਉਹਨਾਂ ਨੂੰ ਪਾਉਂਦਾ ਨਹੀਂ ਸੱਚ। ਚੱਲੇ ਨਾਮ ਵਿਸਾਰ,
ਜਿਹੜੇ ਨਾਮ ਨੂੰ ਭੁਲਾ ਕੇ ਚਲੇ ਜਾਂਦੇ ਨਾ, ਤਾਵਣ ਤੱਤਿਆ, ਤੱਤਾ ਤੱਤਾ ਤੇਲ ਪਾਇਆ ਜਾਂਦਾ ਫਿਰ ਨਾਮ ਨੂੰ ਭੁੱਲ ਕੇ ਜਿਹੜੇ ਜਾਂਦੇ। ਜਿਵੇਂ ਸਾਧ ਸੰਗਤ ਕੋਲੂ ਦੇ ਵਿੱਚ ਜਦੋਂ ਤੇਲ ਕੱਢਦੇ ਨਾ, ਉਹਨੂੰ ਫਿਰ ਕਈ ਥਾਈਂ ਫਿਰ ਗਰਮ ਕਰਕੇ ਪਾਣੀ ਪਾਉਣਾ ਪੈਂਦਾ, ਤੱਤਾ। ਮਹਾਰਾਜ ਕਹਿੰਦੇ ਇਸ ਤਰੀਕੇ ਭਾਈ ਤੱਤਾ ਕਰਦਾ ਹੈ, ਉਹ ਬੰਦੇ ਦੇ ਕੀਤੇ ਕਰਮਾਂ ਅਨੁਸਾਰ ਬੰਦੇ ਨੂੰ ਦਰਗਾਹ ਦੇ ਵਿੱਚ ਇਸ ਤਰ੍ਹਾਂ ਤੱਤਾ ਕੀਤਾ ਜਾਂਦਾ ਹੈ। ਕਿਉਂ ਕਹਿ ਲਓ, ਵਿਕਾਰਾਂ ਦੀ ਤਪਸ਼ ਉਹਦੇ ਅੰਦਰ ਇੰਨੀ ਹੈ ਕਿ ਉਹਨੂੰ ਅੰਦਰੋਂ ਠੰਡਾ ਨਹੀਂ ਹੋਣ ਦਿੰਦੀ ਹੈ। ਇਹ ਚੱਲੇ ਨਾਮ ਵਿਸਾਰ, ਜਿਹੜੇ ਨਾਮ ਵਿਸਾਰ ਕੇ ਇੱਥੋਂ ਜਾਂਦੇ ਅੱਗੇ ਦਰਗਾਹ 'ਚੋਂ ਤੱਤੇ ਜਾਣੀ ਬਹੁਤ ਦੁਖੀ ਹੁੰਦੇ ਹਨ। ਬਲਦੀ ਅੰਦਰ ਤੇਲ ਦੁਬਦਾ ਕੱਤਿਆ, ਦੁਬਦਾ ਵਿੱਚ ਫਸੇ ਹੋਏ ਜੀਵ ਇੰਨੇ ਦੁਖੀ ਹੁੰਦੇ ਜਿਵੇਂ ਬਲਦੀ 'ਚ ਹੋਰ ਤੇਲ ਪਾ ਦਿਓ। ਪਰਮਾਤਮਾ ਤੋਂ ਛੋਟੇ ਇਨਸਾਨਾਂ ਦਾ ਹੀ ਹਾਲ ਹੈ, ਤਪਸ਼ ਦੇ ਮਾਰੇ, ਵਿਕਾਰਾਂ ਦੇ ਮਾਰੇ, ਇੱਥੇ ਵੀ ਦੁਖੀ ਅੱਗੇ ਵੀ ਦੁਖੀ। ਆਇਆ ਉੱਠੀ ਖੇਲ ਫਿਰੈ ਉਵੱਤਿਆ, ਇੱਥੇ ਆਇਆ ਇੱਥੋਂ ਉੱਠ ਕੇ ਚਲਾ ਗਿਆ, ਫਿਰੈ ਉਵੱਤਿਆ। ਮਹਾਰਾਜ ਕਹਿੰਦੇ ਖੇਲ ਜੀ ਕਰਕੇ ਇੱਥੋਂ ਚੱਲ ਗਿਆ। ਉਵੱਤਿਆ, ਉਵੱਤਿਆ ਹੁੰਦਾ ਅਵੈੜਾ, ਕਿਸੇ ਦੀ ਨਾ ਮੰਨਣ ਵਾਲਾ ਹਠੀ। ਕਹਿੰਦੇ ਐਵੇਂ ਹੀ ਹੱਠ ਕਰਦਾ ਫਿਰਦਾ ਹੈ, ਨਾ ਗੱਲ ਮੰਨਦਾ ਹੈ, ਨਾ ਸੁਣਦਾ ਹੈ, ਆਉਂਦਾ ਹੈ ਜਾਂਦਾ ਹੈ, ਜੰਮਦਾ ਮਰਦਾ ਬਸ। ਨਾਨਕ ਸੱਚਾ ਮੇਲ ਸੱਚਾ ਰਤਿਆ, ਗੁਰੂ ਨਾਨਕ ਜੀ ਕਹਿੰਦੇ ਗੁਰੂ ਕਿਰਪਾ ਨਾਲ ਗੁਰਮੁਖਾਂ ਦਾ ਸੱਚੇ ਪ੍ਰਮਾਤਮਾ ਨਾਲ ਮੇਲ ਹੁੰਦਾ ਹੈ। ਇਹ ਭਾਈ ਗੁਰਮੁਖੋ ਤੁਸੀਂ ਵੀ ਸੱਚੇ ਵਾਹਿਗੁਰੂ ਨਾਲ ਮੇਲ ਕਰੋ। ਜਿਹੜਾ ਉਹਦੇ ਨਾਲ ਮਿਲ ਜਾਂਦਾ ਹੈ ਸੱਚਾ ਰਤਿਆ, ਉਹਦੇ ਵਿੱਚ ਹੀ ਰੰਗਿਆ ਜਾਂਦਾ ਹੈ, ਉਹਦਾ ਹੀ ਰੂਪ ਹੋ ਜਾਂਦਾ ਹੈ। ਫਿਰ ਉਹਨਾਂ ਦੇ ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਜਾਂਦੇ ਹਨ। ਇਹ ਗੁਰੂ ਜੀ ਨੇ ਇਸ ਪੌੜੀ ਅੰਦਰ ਬਖਸ਼ਿਸ਼ ਕੀਤੀ। ਇੱਥੇ ਹੀ ਸ਼ਬਦ ਦੀ ਸੰਪੂਰਨਤਾ, ਸਮੇਂ ਦੀ ਸਮਾਪਤੀ। ਕੱਲ੍ਹ ਦੀ ਪੌੜੀ ਆਏਗੀ ਮਾਸ ਮਾਸ ਕਰ ਮੂਰਖ ਝਗੜੇ ਵਾਲੀ, ਜਿਹੜੀ ਵਿਚਾਰ ਚੱਲਦੀ ਹੈ ਨਾ, ਇਹਦੀ ਆਪਾਂ ਕੱਲ੍ਹ ਨੂੰ ਸੁਣਾਂਗੇ ਕੀ ਇਹਦੇ ਵਿੱਚ ਆਏਗਾ। ਇਸੇ ਤਰ੍ਹਾਂ ਪ੍ਰੇਮ ਦੇ ਸਹਿਤ ਜੁੜੇ ਰਹਿਣਾ। ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।